ਸ਼ੰਭੂ ਮੋਰਚੇ ਤੇ ਬੜੇ ਇਲਜ਼ਾਮ ਉੱਠਦੇ, ਖਾਸ ਕਰਕੇ ਜਿਹੜਾ ਉਹ ਤੁਹਾਡਾ ਬਿਆਨ ਆਇਆ ਆਰਐਸਐਸ ਦਾ ਬਿਆਨ ਆਇਆਗਾ, ਉਸ ਤੋਂ ਬਾਅਦ ਬੜੇ ਸਮੀਕਰਨ ਬਦਲੇ। ਇੱਕ ਗੱਲ ਤੇ ਰਹਿੰਦੇ ਆ ਆਪਾਂ। ਇਹਦੀ ਵੀ ਜਵਾਬ ਤੁਸੀਂ ਦਿਓ ਹੁਣ ਮਾਈਕ ਤੇ, ਮੈਨੂੰ ਦਿਓ ਜੀ, ਮਾਈਕ ਤੇ ਜਵਾਬ ਦਿਓ। ਇਹੀ ਪ੍ਰੋਬਲਮ ਆ ਤੁਹਾਡੀ, ਤੁਸੀਂ ਗੱਲਾਂ ਨੂੰ ਸਮਝਦੇ ਨਹੀਂ, ਜੱਜਮੈਂਟ ਤੇ ਪਹਿਲਾਂ ਆ ਜਾਂਦੇ ਹੋ। ਇੱਕ ਮਿੰਟ ਹੁਣ ਇੱਕ ਮਿੰਟ, ਇਹ ਗੱਲ ਸਾਰੀਆਂ ਸਟੇਜਾਂ ਤੇ ਹੁੰਦੀ ਹੈ। ਪੰਜਾਬ ਨਾਲ ਕੀ ਹੋਇਆ? ਦੂਜੀ ਗੱਲ ਨਹੀਂ, ਪੰਜਾਬ ਨਾਲ ਕੀ ਹੋਇਆ ਦੀ ਗੱਲ ਨਹੀਂ ਕਰ ਰਹੇ। ਸ਼ੰਭੂ ਮੋਰਚਾ ਦੀਪ ਸਿੱਧੂ ਦਾਗਾ, ਲੱਖਾ ਸਿੰਘ ਸਧਾਣਾ ਕਹਿੰਦੇ ਆ, ਕਲਾਕਾਰ ਕਹਿੰਦੇ ਆ ਅਸੀਂ ਕਿਸਾਨਾਂ ਦੇ ਮਗਰ ਚੱਲਾਂਗੇ, ਅਸੀਂ ਕਿਸਾਨਾਂ ਦੇ ਨਾਲ ਆ। ਦੀਪ ਸਿੱਧੂ ਕਿਸਾਨਾਂ ਤੋਂ ਅਲੱਗ ਆ, ਕਿਸਾਨ ਪੰਜਾਬ ਤੋਂ ਅਲੱਗ। ਕੀ ਗੱਲ ਆ ਇਹ? ਤੁਹਾਨੂੰ ਲੱਗਦਾ ਪੰਜਾਬ 'ਚ ਇਮਾਨਦਾਰ ਬੰਦੇ ਨਹੀਂ ਆ? ਉਹ ਧੌਣ 'ਚ ਜਾਂ ਕਿੱਲਾ ਹੈਗਾ, ਆਪਾਂ ਕਹਦੇ ਉਹ ਕੌਣ ਕੱਢੂਗਾ? ਨਿਮਰਤਾ ਸਾਹਿਤ ਇੱਕ ਦੂਜੇ ਨੂੰ ਬੇਨਤੀ ਕੌਣ ਕਰੂ? ਬੇਨਤੀ ਕੋਈ ਕਰ ਹੀ ਨਹੀਂ ਰਿਹਾ। ਦੇਖੋ ਕੌਣ ਕਹਿ ਰਿਹਾ ਬੇਨਤੀ ਨਹੀਂ ਕਰ ਰਿਹਾ? ਆਪਣੇ ਧੌਣਾਂ 'ਚ ਤਾਂ ਕੋਈ ਕਿੱਲੇ ਨਹੀਂ ਆ। ਵੀ ਸਾਡੇ ਧੌਣਾਂ 'ਚ ਕਿੱਲੇ ਲਈ ਫਿਰਦੇ ਆ, ਧੌਣਾਂ 'ਚ ਕਿੱਲੇ ਲੈ ਕੇ ਸੰਘਰਸ਼ ਨਹੀਂ ਲੜੇ ਜਾਂਦੇ ਹੁੰਦੇ ਆਪਸ 'ਚ। ਜੇ ਆਪਸ 'ਚ ਤਾਂ ਅਸੀਂ ਜਦੋਂ ਅਸੀਂ ਤੁਹਾਨੂੰ ਕਹਿ ਰਹੇ ਹਾਂ, ਇਹ ਗੱਲ ਬਿਲਕੁਲ ਮੰਨਦਾ ਵੀ ਮੈਂ ਇਹ ਕਿਹਾ ਵੀ ਜਿਹੜੇ ਗਵਾਈਏ ਬਾਈ ਆਪਣੇ ਸਾਰੇ ਆ, ਇਹ ਮੈਂ ਬੋਲਿਆ। ਤੁਸੀਂ ਪਾਰਟੀ ਬਣਾ ਰਹੇ ਹੋ? ਨਹੀਂ ਦੇਖੋ ਮੈਂ ਪਾਰਟੀ ਨਹੀਂ ਬਣਾ ਰਿਹਾ, ਪਾਰਟੀ ਪੰਜਾਬ ਬਣਾਊਗਾ, ਤੇ ਜੇ ਉਹਦੇ 'ਚ ਮੇਰੀ ਜ਼ਰੂਰਤ ਪਈ ਮੈਂ ਦਿਨ ਰਾਤ ਦੇਵਾਂਗਾ। ਪਹਿਲਾਂ ਪੰਜਾਬ ਮੇਰਾ ਦੇਸ਼ ਆ, ਫਿਰ ਭਾਰਤ ਮੇਰਾ ਦੇਸ਼ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ। ਮੈਂ ਰਤਨਦੀਪ ਸਿੰਘ ਧਾਲੀਵਾਲ। ਕਿਸਾਨੀ ਮੁੱਦੇ ਨੇ ਪੰਜਾਬ ਦੀ ਰਾਜਨੀਤੀ ਦੇ ਕਈ ਸਮੀਕਰਨ ਬਦਲ ਦਿੱਤੇ ਨੇ। ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ, ਪੰਜਾਬ ਦੀ ਧਰਮ ਦੀ ਗੱਲ ਕਰਦੇ ਹਾਂ। ਸਿੱਖਾਂ ਦੇ ਵਿੱਚ ਵੀ ਬੜੀ ਲਹਿਰ ਆ, ਖਾਸ ਕਰਕੇ ਇਹ ਲਹਿਰ ਪੈਦਾ ਹੁੰਦੀ ਆ ਜੇ ਅਸੀਂ ਆਉਣੇ ਆ ਸ਼ੰਭੂ ਮੋਰਚੇ ਦੇ ਉੱਤੇ। ਚਾਹੇ ਸ਼ੰਭੂ ਮੋਰਚੇ ਦੀ ਸੋਸ਼ਲ ਮੀਡੀਆ ਦੇ ਉੱਤੇ ਐਕਟੀਵਿਟੀ ਦੇਖ ਲਈਏ ਜਾਂ ਸ਼ੰਭੂ ਮੋਰਚੇ ਦੇ ਉੱਤੇ ਆ ਕੇ ਦੇਖ ਲਈਏ, ਪਰ ਕਈ ਲੋਕਾਂ ਦਾ ਇਹ ਕਹਿਣਾ ਗਾ ਇਹ ਚੀਜ਼ ਪੰਜਾਬ ਦੇ ਵਿੱਚ ਗਲਤ ਹੋ ਰਹੀ ਆ। ਪੰਜਾਬ ਦੀ ਨੌਜਵਾਨੀ ਨੂੰ ਇੱਕ ਹੋਰ ਪਾਸੇ ਵੱਲ ਲਿਆਇਆ ਜਾ ਰਿਹਾ, ਜਿਹੜੇ ਪਾਸੇ ਤੋਂ ਪੰਜਾਬ ਮੁੜ ਕੇ ਆਇਆ ਸੀ। ਇਸ ਕਹਿਣ ਨੂੰ ਬਾਰ-ਬਾਰ ਕਹਿਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਵੀ ਪੰਜਾਬ ਖੜਾ ਹੁੰਦਾ ਗਾ, ਪੰਜਾਬ ਗੋਲੀਆਂ ਖਾਂਦਾ ਗਾ ਤੇ ਪੰਜਾਬ ਡਿੱਗਦਾ ਫੇਰ ਖੜਾ ਹੁੰਦਾ ਗਾ। ਪਰ ਜਿੱਥੇ ਗੱਲ ਆਉਂਦੀ ਆ ਸ਼ੰਭੂ ਮੋਰਚੇ ਦੀ, ਗੱਲ ਚੱਲਦੀ ਆ ਦੀਪ ਸਿੱਧੂ ਦੀ। ਦੀਪ ਸਿੱਧੂ ਦੇ ਨਾਲ ਜੋ 25 ਤਰੀਕ ਨੂੰ ਪਹਿਲਾ ਇਕੱਠ ਹੁੰਦਾ ਗਾ ਸਤੰਬਰ ਮਹੀਨੇ ਦੇ ਵਿੱਚ, ਬੜੇ ਲੋਕ ਸੀ, ਵੱਡੇ ਚਿਹਰੇ ਸੀ। ਲੱਖਾ ਸਿੰਘ ਸਧਾਣਾ ਸੀ ਉਹਨਾਂ ਦੇ ਨਾਲ, ਐਡਵੋਕੇਟ ਸੀ, ਕਲਾਕਾਰ ਸੀ, ਜਸ ਬਾਜਵੇ ਹੋਣੇ, ਬੜੇ ਲੋਕ ਸੀ। ਪਰ ਉਸ ਤੋਂ ਬਾਅਦ ਕੀ ਹੁੰਦਾ ਗਾ? ਬਿਆਨਬਾਜ਼ੀ ਹੁੰਦੀ ਆ, ਪਾਰਟੀ ਦੀਆਂ ਗੱਲਾਂ ਉੱਠਦੀਆਂ, ਤੇ ਦੀਪ ਸਿੱਧੂ ਦਾ ਖਾਸ ਕਰਕੇ ਉਹ ਵੱਡਾ ਬਿਆਨ ਵੀ ਮੈਨੂੰ ਆਰਐਸਐਸ ਦੇ ਇੱਕ ਵੱਡੇ ਲੀਡਰ ਦਾ ਫੋਨ ਕਾਲ ਆਉਂਦਾ। ਅੱਜ ਅਸੀਂ ਪਹੁੰਚੇ ਹਾਂ ਸ਼ੰਭੂ ਮੋਰਚੇ ਵਿਖੇ, ਸਾਡੇ ਨਾਲ ਬਾਈ ਜੀ ਮੌਜੂਦ ਹੋਣਗੇ। ਬਾਈ ਜੀ ਤੋਂ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਲੋਕ ਭੰਬਲ ਭੂਸੇ ਦੇ ਵਿੱਚ ਨੇ। ਜੇ ਸਿੱਖਾਂ ਦੀ ਗੱਲ ਕਰਦੇ ਹਾਂ, ਸਿੱਖ ਹਮੇਸ਼ਾ ਕਹਿੰਦਾ ਆਇਆ ਹੈਗਾ ਕੌਮ ਨੂੰ ਲੀਡਰ ਚਾਹੀਦਾ ਗਾ। ਹੁਣ ਪੰਜਾਬ ਦੇ ਲੋਕ ਇਹ ਕਹਿਣ ਲੱਗੇ ਵੀ ਪੰਜਾਬ ਨੂੰ ਵੀ ਲੀਡਰ ਚਾਹੀਦਾ। ਦੀਪ ਤੋਂ ਜਾਣਾਂਗੇ ਕੀ ਲੀਡਰ ਮਿਲੂਗਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਸਿਰਫ ਧੋਖਾ ਹੋਊਗਾ। ਦੀਪ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੀਪ ਜੀ, ਪਾਰਟੀ ਦੀ ਗੱਲ ਉੱਠਦੀ ਹੈ ਜਿੱਥੇ ਦੀਪ ਸਿੱਧੂ ਦਾ ਹੁਣ ਨਾਮ ਆਉਂਦਾ ਗਾ ਵੀ ਦੀਪ ਸਿੱਧੂ ਇੱਕ ਪਾਰਟੀ ਪੈਦਾ ਕਰਨੀ ਚਾਹੁੰਦਾ ਗਾ। ਦੀਪ ਸਿੱਧੂ ਨੇ ਹਾਲਾਂਕਿ ਇਹ ਐਲਾਨ ਕੀਤਾ ਵੀ ਮੈਂ ਇਲੈਕਸ਼ਨ ਦੇ ਵਿੱਚ ਨਹੀਂ ਖੜਾ ਹੋਊਂਗਾ, ਮੈਂ ਵੋਟਾਂ ਵਾਲੀ ਰਾਜਨੀਤੀ ਦੇ ਵਿੱਚ ਨਹੀਂ ਆਉਣਾ, ਪਰ ਇੱਕ ਬਦਲ ਹੋਣਾ ਚਾਹੀਦਾ ਪੰਜਾਬ ਦੇ ਲਈ। ਕੀ ਉਹ ਬਦਲ ਸਿਰਫ ਤੁਸੀਂ ਸਮਝਦੇ ਹੋ ਕਿ ਪਾਰਟੀ ਬਣਾ ਕੇ ਹੀ ਬਦਲ ਆ ਸਕਦਾ? ਕਿਉਂਕਿ ਜੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਬੜਾ ਵੱਡਾ ਚੇਂਜ ਸੀ, ਪਰ ਲੋਕ ਹੁਣ ਉਹਨਾਂ ਤੋਂ ਵੀ ਠੱਗੇ ਹੋਏ ਮਹਿਸੂਸ ਕਰਦੇ ਆ। ਹਾਂਜੀ, ਨਹੀਂ ਦੇਖੋ ਗੱਲ ਆਏ ਆ ਵੀ ਪੰਜਾਬ 'ਚ ਇੱਕ ਸਾਰਥਕ ਸਮਾਜ ਸਿਰਜਿਆ ਜਾਣਾ ਚਾਹੀਦਾ ਜੀ। ਬਦਲ ਦੀ ਗੱਲ ਆਪਾਂ ਕਿਉਂ ਕਰ ਰਹੇ ਹਾਂ? ਕਿਉਂਕਿ ਅੱਜ ਦਾ ਜੋ ਸਮਾਜ ਆ ਪੰਜਾਬ ਦਾ, ਉਹ ਸਾਰਥਕ ਨਹੀਂ ਲੱਗਦਾ ਸਾਨੂੰ। ਇਹ ਤਾਂ ਮੰਨਦੇ ਹੋ ਕਿ ਨਹੀਂ? ਇਹ ਗੱਲ ਮੰਨਦੇ ਹੋ? ਤੁਸੀਂ ਦੱਸੋ ਮੈਨੂੰ ਜੀ, ਤੁਹਾਨੂੰ ਜੇ ਸਮਾਜ ਸਾਰਥਕ ਲੱਗਦਾ ਸਾਡਾ? ਇਹ ਤਾਂ ਹਰ ਗੱਲ ਮੇਰੇ ਖਿਆਲ 'ਚ ਹਰ ਬੰਦਾ ਇਹ ਮਾਫੀ ਚਾਹੂੰਗਾ, ਤੁਸੀਂ ਆਪਦੀ ਗੱਲ ਪੂਰੀ ਕਰ ਲਿਓ, ਪਰ ਇਹ ਤਾਂ ਕਿਸੇ ਯੁੱਗ 'ਚ ਵੀ ਨਹੀਂ ਹੋਇਆ ਸਾਰਥਕ। ਆਪਾਂ ਕਰਦੇ ਆ ਨਾ। ਦੇਖੋ
ਗੱਲ ਐ ਆ, ਸਾਰਥਕ ਕੀ ਹੁੰਦਾ ਅੱਜ ਸਾਡੇ ਲਈ? ਸਾਰਥਕਤਾ ਕੀ ਆ ਸਾਡੇ ਲਈ? ਸਾਰਥਕਤਾ ਇਹ ਆ ਵੀ ਅਸੀਂ ਸੁਰੱਖਿਅਤ ਤਾਂ ਮਹਿਸੂਸ ਕਰੀਏ ਨਾ। ਅੱਜ ਤੁਸੀਂ ਕਹਿ ਰਹੇ ਹੋ ਪੰਜਾਬ ਹੋਂਦ ਦੀ ਲੜਾਈ ਲੜ ਰਿਹਾ, ਸੋ ਜੇ ਹੋਂਦ ਤੇ ਗੱਲ ਆ ਗਈ ਆ, ਤੁਸੀਂ ਜਾਣਦੇ ਹੋ ਬਹੁਤ ਇੰਟਰਵਿਊਜ਼ ਕੀਤੀਆਂ, ਮੈਂ ਵੀ ਦੇਖੀਆਂ, ਉੱਥੇ ਹਰ ਬੁਲਾਰਾ ਕਹਿ ਰਿਹਾ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਇਹ ਕਹਿ ਰਿਹਾ ਕਿ ਨਹੀਂ ਕਹਿ ਰਿਹਾ? ਇਹਦੀ ਵੀ ਜਵਾਬ ਤੁਸੀਂ ਦਿਓ ਹੁਣ ਮਾਈਕ ਤੇ, ਮੈਨੂੰ ਦਿਓ ਜੀ, ਮਾਈਕ ਤੇ ਜਵਾਬ ਦਿਓ। ਹੋਂਦ ਦੀ ਗੱਲ ਹੁੰਦੀ ਆ, ਠੀਕ ਆ, ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਸ਼ੰਭੂ ਮੋਰਚੇ ਦੀ ਗੱਲ ਹੁੰਦੀ ਆ, ਜਿਹੜਾ ਧਰਮ ਆ, ਧਰਮ ਰਾਜਨੀਤੀ ਦੇ ਵਿੱਚ ਜਿਹੜੀ ਰਾਜਨੀਤੀ ਆ ਧਰਮ ਤੇ ਹਾਵੀ ਹੋ ਗਈ, ਰਾਜਨੀਤੀ ਵਾਲੇ ਐਕਸੈਪਟ ਨਹੀਂ ਕਰ ਰਹੇ। ਸ਼ੰਭੂ ਮੋਰਚੇ ਤੇ ਬੜੇ ਇਲਜ਼ਾਮ ਉੱਠਦੇ, ਖਾਸ ਕਰਕੇ ਜਿਹੜਾ ਉਹ ਤੁਹਾਡਾ ਬਿਆਨ ਆਇਆ RSS ਦਾ ਬਿਆਨ ਆਏਗਾ, ਉਸ ਤੋਂ ਬਾਅਦ ਬੜੇ ਸਮੀਕਰਨ ਬਦਲੇ। ਇੱਕ ਗੱਲ ਤੇ ਰਹਿੰਦੇ ਆ ਆਪਾਂ। ਗੱਲ ਪਹਿਲਾਂ ਆਪਾਂ ਇਹ ਕਰ ਰਹੇ ਸੀ ਵੀ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਇਹ ਲੜ ਰਿਹਾ ਕਿ ਨਹੀਂ? ਇਹਦਾ ਜਵਾਬ ਦਿਓ ਮੈਨੂੰ। ਇਹ ਤਾਂ ਸ਼ੁਰੂ ਤੋਂ ਹੀ ਲੜ ਰਿਹਾ ਹੈਗਾ, ਇਹਦੇ ਤਾਂ ਕੋਈ ਦੋ ਰਾਏ ਨਹੀਂ, ਇਹ ਤਾਂ ਲੜ ਰਿਹਾ ਹੈਗਾ। ਇਸ ਸੰਘਰਸ਼ 'ਚ ਮੈਨੂੰ ਜਵਾਬ ਦਿਓ। ਇਸ ਸੰਘਰਸ਼ 'ਚ ਵੀ ਲੜ ਰਿਹਾ ਦੀਪ ਜੀ, ਇਸ ਤੋਂ ਪਹਿਲਾਂ ਵੀ ਲੜਦਾ ਆ ਰਿਹਾ ਪੰਜਾਬ, ਤਾਂ ਲੜ ਰਿਹਾ, ਹਮੇਸ਼ਾ ਲੜ ਰਿਹਾ, 47 ਤੋਂ ਲੜ ਰਿਹਾ ਪੰਜਾਬ ਆਪਦੀ ਹੋਂਦ ਦੀ ਲੜਾਈ ਜੀ। ਸੋ ਜਦੋਂ ਤੁਸੀਂ ਆਪਦੀ ਹੋਂਦ ਦੀ ਲੜਾਈ ਲੜਦੇ ਹੋ ਜੀ, ਜੇ ਤੁਸੀਂ ਕਹਿੰਦੇ ਹੋ 47 ਤੋਂ ਲੜ ਰਹੇ ਆ, ਤਾਂ ਹੋਰ ਜ਼ਿਆਦਾ ਤਰਾਸਦੀ ਆ ਜੀ। ਜਦੋਂ ਹੋਂਦ ਤੇ ਗੱਲ ਆ ਜਾਂਦੀ ਆ, ਇੱਕ ਯੂਨੀਅਨ 'ਚ ਰਹਿੰਦੇ ਹੋਏ ਤੁਹਾਨੂੰ, ਫਿਰ ਕਿੱਡੀ ਵੱਡੀ ਤਰਾਸਦੀ ਆ ਇਹ। ਜੇ ਤੁਹਾਡੀ ਹੋਂਦ ਤੇ ਹਸਤੀ ਨੂੰ ਮਿਟਾ ਦਿੱਤਾ ਜਾਵੇ ਔਰ ਤੁਸੀਂ ਕਹਿੰਦੇ ਹੋ ਪੰਜਾਬ 47 ਤੋਂ ਹੋਂਦ ਦੀ ਲੜਾਈ ਲੜ ਰਿਹਾ, ਫਿਰ ਤਾਂ ਸਾਨੂੰ ਅੱਜ ਜਾਗੇ ਕਿ ਕੱਲ ਜਾਗੇ ਕਿ ਪਰਸੋਂ ਜਾਗੇ, ਤਾਂ ਬਹੁਤ ਪਹਿਲਾਂ ਜਾਗ ਜਾਣਾ ਚਾਹੀਦਾ ਸੀ। ਜੇ ਅੱਜ ਅਸੀਂ ਇੱਥੇ ਆ ਗਏ ਆ, ਇਹ ਕਹਿ ਰਹੇ ਆ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ, ਹੋਂਦ ਦਾ ਮਤਲਬ ਤੁਹਾਡੀ ਜਿਹੜੀ ਆਪਦਾ ਸੱਭਿਆਚਾਰ ਹੀ ਖਤਮ, ਚਾਹੇ ਤੁਹਾਡੀ ਫਿਜ਼ੀਕਲ ਅਪੀਅਰੈਂਸ ਰਹਿ ਜੇ, ਪਰ ਤੁਹਾਡੀ ਸੱਭਿਆਚਾਰਕ ਹੋਂਦ, ਤੁਹਾਡੀ ਸਮਾਜਿਕ ਹੋਂਦ, ਤੁਹਾਡੀ ਧਾਰਮਿਕ ਹੋਂਦ, ਤੁਹਾਡੀ ਰਾਜਸੀ ਹੋਂਦ, ਹੋਂਦ ਤਾਂ ਇਹ ਚਾਰੇ ਹੀ ਹੁੰਦੀਆਂ ਨਾ, ਇਹ ਚਾਰੇ ਖਤਮ। ਹੁਣ ਜਦੋਂ ਹੋਂਦ ਦੀ ਲੜਾਈ ਲੜ ਰਿਹਾ ਪੰਜਾਬ, ਤਾਂ ਚਾਰੇ ਹੋਂਦਾਂ ਤੁਹਾਡੀਆਂ ਲੈ ਗਈਆਂ ਤੁਹਾਡੇ ਤੋਂ, ਤੁਹਾਨੂੰ ਸੁਰੱਖਿਅਤ ਨਹੀਂ ਮਹਿਸੂਸ ਹੋ ਰਹੇ ਹਨਾ ਇੱਥੇ ਇਸ ਸਮਾਜ 'ਚ। ਸੋ ਇੰਨੀ ਕੁ ਸਾਰਥਕਤਾ ਅਸੀਂ ਇਹ ਤੁਸੀਂ ਮੰਨ ਲਓ ਵੀ ਇੰਨੀ ਕੁ ਸਾਰਥਕਤਾ ਸਾਡੇ ਕੋਲੇ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ, ਵੀ ਅਸੀਂ ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਰਾਜਸੀ ਤੌਰ ਤੇ ਤੇ ਧਾਰਮਿਕ ਤੌਰ ਤੇ ਸੁਰੱਖਿਅਤ ਮਹਿਸੂਸ ਕਰੀਏ ਇੱਕ ਯੂਨੀਅਨ 'ਚ ਰਹਿੰਦੇ ਹੋਏ। ਜੇ ਲੰਮੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ, ਕੋਈ ਬਦਲ ਵੀ ਨਜ਼ਰ ਨਹੀਂ ਆਉਂਦਾ। ਜੇ ਲੋਕਾਂ ਨੂੰ ਕੋਈ ਬਦਲ ਨਜ਼ਰ ਆਊਗਾ ਫੇਰ ਹੀ ਆ। ਲੋਕ ਜਿਹਦੇ ਤੇ ਵਿਸ਼ਵਾਸ ਕਰਦੇ ਆ, ਜਿਹੜੀ ਪਾਰਟੀ ਤੇ ਵਿਸ਼ਵਾਸ ਕਰਦੇ ਆ, ਜਿਹੜੇ ਲੀਡਰ ਤੇ ਵਿਸ਼ਵਾਸ ਕਰਦੇ ਆ, ਹਮੇਸ਼ਾ ਲੋਕਾਂ ਨਾਲ ਧੋਖਾ ਹੀ ਹੁੰਦਾ। ਤੁਹਾਨੂੰ ਲੱਗਦਾ ਪੰਜਾਬ 'ਚ ਇਮਾਨਦਾਰ ਬੰਦੇ ਨਹੀਂ ਆ? ਸਾਹਮਣੇ ਕਿਉਂ ਨਹੀਂ ਕੋਈ ਆ ਰਿਹਾ? ਜੇ ਕੋਈ ਸਾਹਮਣੇ ਆਉਂਦਾਗਾ, ਉਹਨਾਂ ਦੀ ਨਵੀਂ ਨਾ ਨਵੀਂ ਇੱਕ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਆ, ਕਿਉਂਕਿ ਲੋਕਾਂ ਦੀ ਜਿਹੜੀ ਸਟੇਬਿਲਿਟੀ ਆ, ਲੋਕਾਂ ਦਾ ਜਿਹੜਾ ਵਿਸ਼ਵਾਸ ਆ, ਲੋਕ ਵਿਸ਼ਵਾਸ ਬੜੀ ਛੇਤੀ ਕਰਦੇ ਆ, ਫਿਰ ਗਾਲਾਂ ਵੀ ਬੜੀਆਂ ਛੇਤੀਆਂ ਕਰਦੇ ਆ, ਖਾਸ ਕਰਕੇ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ। ਦੇਖੋ ਇਹੀ ਪ੍ਰੋਬਲਮ ਆ ਤੁਹਾਡੀ, ਤੁਸੀਂ ਗੱਲਾਂ ਨੂੰ ਸਮਝਦੇ ਨਹੀਂ, ਜੱਜਮੈਂਟ ਤੇ ਪਹਿਲਾਂ ਆ ਜਾਂਦੇ ਹੋ। ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ, ਸੋਸ਼ਲ ਮੀਡੀਆ ਤੇ ਜਿਹੜੇ ਸੁਹਿਰਦ ਬੰਦੇ ਆ ਉਹ ਕਦੇ ਜੱਜਮੈਂਟ ਨਹੀਂ ਦੇਣਗੇ। ਸੋਸ਼ਲ ਮੀਡੀਆ ਤੇ ਗੱਲ ਬੜੀ ਲੰਬੀ ਟਰੈਵਲ ਹੋ ਸਕਦੀ ਆ, ਪਰ ਸੋਸ਼ਲ ਮੀਡੀਆ ਤੇ ਗੱਲ 'ਚ ਡੈਪਥ ਨਹੀਂ ਹੁੰਦੀ ਹਨਾ। ਹੁਣ ਜਦੋਂ ਆਪਾਂ ਗੱਲ ਕਰਦੇ ਆ, ਤੁਸੀਂ ਕਹਿੰਦੇ ਹੋ ਵੀ ਸਾਹਮਣੇ ਕਿਉਂ ਨਹੀਂ ਆ ਰਿਹਾ? ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਨੂੰ ਲੋਕ ਪਹਿਲਾਂ ਬਹੁਤ ਹੱਥਾਂ ਤੇ ਚੱਕਦੇ ਆ, ਫਿਰ ਗਾਲਾਂ ਕੱਢਦੇ ਆ। ਦੇਖੋ ਆਪਾਂ ਪੰਜਾਬ 'ਚ ਬਹੁਤ ਇਮਾਨਦਾਰ ਬੰਦੇ ਬੈਠੇ ਆ, ਔਰ ਪਹਿਲਾਂ ਵੀ ਸੀ, ਹੁਣ ਵੀ ਹੈਗੇ, ਪਰ ਜਿਹੜੇ ਸਿਸਟਮ ਦਾ ਪਾਰਟ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਨਾ, ਉਹ ਸਿਸਟਮ ਹੀ ਬੇਈਮਾਨੀ ਦਾ ਸਿਰਜਿਆ ਹੋਇਆ। ਸਿਸਟਮ ਦੇ ਪਿੱਛੇ ਸੋਚ ਹੀ ਬੇਈਮਾਨ ਆ, ਸਿਸਟਮ ਦੇ ਪਿੱਛੇ ਸੋਚ ਚੱਲਦੀ ਆ ਦਿੱਲੀ ਤੋਂ, ਤੇ ਉਸ ਸੋਚ 'ਚ ਜਿਹੜਾ ਇੱਥੇ ਆਉਂਦਾ ਜਾਂਦਾ, ਉਹ ਜੇ ਬੇਈਮਾਨ ਨਹੀਂ ਵੀ ਹੁੰਦਾ ਤੇ ਉਹ ਸਿਸਟਮ ਹੀ ਐਸਾ ਵੀ ਉਹ ਬੇਈਮਾਨ ਹੋ ਜਾਂਦਾ। ਇਸ ਕਰਕੇ ਅਸੀਂ, ਔਰ ਇਹ ਸਾਜ਼ਿਸ਼ ਅਧੀਨ ਕੀਤੀ ਗਈ ਗੱਲ ਆ। ਇਹਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਗੱਲਾਂ ਉਹ ਕਹਿਣੀਆਂ ਬੜੀਆਂ ਸੌਖੀਆਂ, ਪਰ ਨਾਲ ਮੇਰੇ ਖਿਆਲ 'ਚ ਜਦੋਂ ਆਪਾਂ ਕੋਈ ਐਗਜ਼ਾਮਪਲ ਦਿੰਦੇ ਆ ਤਾਂ ਸਮਝਣੀ ਸੌਖੀ ਹੋ ਜਾਂਦੀ ਆ। ਤੁਸੀਂ ਇਹ ਦੇਖੋ, ਸਾਡੇ ਕੋਲ ਆ ਪ੍ਰਤੱਖ ਉਦਾਹਰਨ ਆ, ਬਿਹਾਰ 'ਚ BJP ਜਿੱਤ ਗਈ ਜੀ, ਮਤਲਬ ਮੋਦੀ ਨੂੰ ਵੋਟ ਪੈ ਰਹੀ ਆ, BJP ਨੂੰ ਵੋਟ ਪੈ ਰਹੀ ਆ, RSS ਨੂੰ ਵੀ ਵੋਟ ਪੈ ਰਹੀ ਆ। ਇਹ ਤਾਂ ਤਿੰਨੇ ਇਕੱਠੇ ਖੜੇ ਆ ਨਾ, ਇਹ ਤਾਂ ਪਤਾ ਸਾਨੂੰ, ਪਰ ਆਪਾਂ ਗਾਲਾਂ ਕੱਢੀ ਜਾਂਦੇ ਆ ਉਹਨੂੰ, ਆਪਾਂ ਤਿੰਨਾਂ ਨੂੰ ਹੀ ਗਾਲਾਂ ਕੱਢੀ ਜਾਂਦੇ ਆ। ਹੁਣ ਇਹਦਾ ਮਤਲਬ ਸਾਡੇ ਲਈ ਉਹ ਮਾੜੇ ਆ, ਪਰ ਉਹਨਾਂ ਲਈ ਚੰਗੇ ਆ ਹਨਾ।
ਜੀ ਸੋ ਕਿਤੇ ਇੱਥੇ ਉਹਨਾਂ ਦੀ ਕ੍ਰੈਡੀਬਿਲਿਟੀ ਹੈ ਨਹੀਂ, ਪਰ ਬਿਹਾਰ 'ਚ ਕ੍ਰੈਡੀਬਿਲਿਟੀ ਹਜੇ ਵੀ ਹੈਗੀ, ਜੀ ਹੋਰ ਵੀ ਕਿਤੇ ਹੋਊਗੀ। ਜੀ ਹੁਣ ਸਾਡੇ ਲੀਡਰਾਂ ਨਾਲ ਕੀ ਕੀਤਾ ਗਿਆ? ਸਾਡੇ ਲੀਡਰਾਂ ਦੀ ਕ੍ਰੈਡੀਬਿਲਿਟੀ ਬਾਹਰ ਵੀ ਹੈ ਨਹੀਂ ਤੇ ਅਸੀਂ ਵੀ ਗਾਲਾਂ ਕੱਢਦੇ ਹਾਂ ਉਹਨਾਂ ਨੂੰ। ਇਹ ਸਾਜ਼ਿਸ਼ ਅਧੀਨ ਕੀਤਾ ਗਿਆ, ਨਹੀਂ ਤਾਂ ਆਪਦੇ ਘਰੇ ਬੰਦਾ ਫਿਰ ਵੀ 10 15 20 ਬੰਦੇ 50 ਬੰਦੇ ਉਹਨੂੰ ਚੰਗਾ ਕਹਿੰਦੇ ਆ, ਪਰ ਆਪਣੇ ਧੱਕੇ ਨਾਲ ਫੋਰਸ ਨਹੀਂ ਕਰ ਸਕਦੇ। ਸਾਡੇ ਵਾਲੇ ਤਾਂ ਜਾ ਕੇ ਸਾਰਾ ਕੁਝ ਵੇਚਿਆ, ਸਮਰਪਣ ਕਰੇ ਆਉਂਦੇ ਆ। ਜਦੋਂ ਵੱਡੀਆਂ ਵੱਡੀਆਂ ਸੀਟਾਂ ਦਿਖਾਈਆਂ ਜਾਂਦੀਆਂ, ਵੱਡੇ ਵੱਡੇ ਅਹੁਦੇ ਦਿੱਤੇ ਜਾਂਦੇ ਆ, ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਆ, 5 ਸਟਾਰ ਵਰਗੇ ਹੋਟਲ ਇੱਥੇ ਪੈਂਦੇ ਨੇ, ਸੜਕਾਂ ਦੇ ਠੇਕੇ ਦਿੱਤੇ ਜਾਂਦੇ ਨੇ, ਇਹਦਾ ਸਾਰਾ ਕੁਝ ਆਪ ਹੀ ਵੇਚਿਆ ਏ। ਬਾਈ ਜੀ ਗੱਲ ਉੱਥੇ ਹੀ ਆ ਨਾ। ਹੁਣ ਆਪਾਂ ਇਹਨੂੰ ਹੋਰ ਸਮਝਦੇ ਹਾਂ। ਪਹਿਲੀ ਗੱਲ ਤਾਂ ਸਾਡੇ ਵਾਲਿਆਂ ਦੀ ਕ੍ਰੈਡੀਬਿਲਿਟੀ ਕੰਪਲੀਟਲੀ ਖਤਮ ਕਰਤੀ, ਉਹ ਸਾਜ਼ਿਸ਼ ਅਧੀਨ ਕੀਤੀ ਗਈ ਆ। ਕਿਉਂਕਿ ਤੁਸੀਂ ਇਕੱਲਾ ਲੀਡਰਸ਼ਿਪ ਨੂੰ ਨਾ ਦੇਖੋ, ਲੀਡਰ ਤਾਂ ਇੱਕ ਬੰਦਾ। ਮੰਨ ਲਓ ਤੁਸੀਂ ਵੱਡੇ ਵੱਡੇ ਹੋਟਲਾਂ ਦੀ ਗੱਲ ਕੀਤੀ, ਅਕਾਲੀ ਦਲ ਦੀ ਗੱਲ ਕਰ ਰਹੇ ਹੋ, ਮੈਂ ਤਾਂ ਸਿੱਧੀ ਗੱਲ ਕਰਦਾ ਹੁੰਦਾ ਹਨਾ। ਹੁਣ ਅਕਾਲੀ ਦਲ ਦਾ ਹੋ ਸਕਦਾ ਇੱਕ ਟੌਪ ਲੀਡਰ ਮਾੜਾ ਹੋਵੇ ਜਾਂ ਚੰਗਾ ਹੋਵੇ, ਕ੍ਰੈਡੀਬਿਲਿਟੀ ਉਹਦੀ ਲੂਜ਼ ਹੋ ਜੇ, ਪਰ ਥੱਲੇ ਵਾਲਿਆਂ ਦੀ ਕ੍ਰੈਡੀਬਿਲਿਟੀ ਵੀ ਨਹੀਂ ਰਹੀ ਅੱਜ ਦੀ ਡੇਟ 'ਚ, ਹਨਾ। ਹੁਣ ਉਹ ਚਾਹੁੰਦੇ ਕੀ ਆ? ਉਹ ਚਾਹੁੰਦੇ ਆ ਇਹਨਾਂ ਦੇ ਲੀਡਰਾਂ ਦੀ ਕ੍ਰੈਡੀਬਿਲਿਟੀ ਵੀ ਤੋੜੋ ਤੇ ਇਹਨਾਂ ਦੀਆਂ ਜਥੇਬੰਦੀਆਂ ਵੀ ਤੋੜੋ, ਤਾਂ ਕਿ ਤੁਸੀਂ ਕੋਈ ਗੱਲ ਕਰੋਗੇ ਕਿਤੋਂ ਬਦਲ ਦਵੋਗੇ ਤਾਂ ਜਥੇਬੰਦਕ ਤੌਰ ਤੇ ਹੀ ਦਿਓਗੇ ਨਾ। ਜੇ ਜਥੇਬੰਦੀ ਤੁਹਾਡੀ ਹੈ ਹੀ ਨਹੀਂ, ਜਾਂ ਤੁਹਾਡੀ ਜਥੇਬੰਦਕ ਤੌਰ ਤੇ ਤੁਹਾਡੀ ਕ੍ਰੈਡੀਬਿਲਿਟੀ ਉਹਨਾਂ ਨੇ ਖੇ ਕਰਤੀ, ਉਦੋਂ ਬਾਅਦ ਕਿਹੜਾ ਬਦਲ? ਇਕੱਲੇ ਬੰਦੇ ਦੇ ਮਗਰ ਤਾਂ ਬੰਦੇ ਤੁਰਦੇ ਨਹੀਂ। ਅਗਲੇ ਕਹਿੰਦੇ ਯਾਰ ਇਹਦੀ ਆਰਗੇਨਾਈਜੇਸ਼ਨ ਕਿਹੜੀ ਆ, ਇਹਦਾ ਸਿਧਾਂਤ ਕੀ ਆ, ਇਹਨੇ ਕੀਤਾ ਕੀ ਆ। ਇਹਨਾਂ ਦੇ ਇਹ ਜਥੇਬੰਦਕ ਢਾਂਚਾ ਹੀ ਸੀ ਨਾ ਸਾਡਾ ਅਕਾਲੀ ਦਲ। ਅੱਜ ਅਕਾਲੀ ਦਲ ਖੜਾ ਕਿੱਥੇ ਆ? ਅੱਜ ਸਾਡੀਆਂ ਟਕਸਾਲਾਂ ਕਿੱਥੇ ਖੜੀਆਂ? ਜਥੇਬੰਦਕ ਢਾਂਚੇ ਸੀ ਨਾ ਇਹ। ਸਾਡੀਆਂ ਸੰਪਰਦਾਵਾਂ ਕਿੱਥੇ ਖੜੀਆਂ? ਹੁਣ ਤੁਸੀਂ ਜਦੋਂ ਮੈਂ ਕਹਿੰਦਾ ਸਿਸਟਮ ਕਰਪਟ ਕਰਦਾ, ਤੁਸੀਂ ਸੋਚੋ ਵੀ ਜਿਹੜਾ ਬੰਦਾ ਜਾਂ ਜਥੇਬੰਦੀ ਜਾਂ ਕੋਈ ਸਿਆਸਤ ਪੰਜਾਬ ਦੀ ਨਿਰੋਲ ਕੋਈ ਕਰਨਾ ਚਾਹੁੰਦਾ ਤੇ ਉਹ ਦਿੱਲੀ ਦੇ ਹਿਸਾਬ ਨਾਲ ਨਹੀਂ ਚੱਲਦੀ, ਉਹਨੂੰ ਡਿਸਟਰੋਏ ਕਰ ਦਿੱਤਾ ਜਾਂਦਾ। ਸੋ ਜਿਹੜੀ ਸਿਆਸਤ ਪੰਜਾਬ 'ਚ ਖੜੀ ਕੀਤੀ ਗਈ ਆ ਹੁਣ ਤਾਈਂ, ਉਹ ਦਿੱਲੀ ਦੇ ਹਿਸਾਬ ਨਾਲ ਚੱਲੀ ਆ, ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ। ਸੋ ਜੇ ਦਿੱਲੀ ਦੇ ਹਿਸਾਬ ਨਾਲ ਨਹੀਂ, ਦੇਖੋ ਤੁਸੀਂ 17 ਤੱਕ ਪੰਜਾਬ ਦਾ ਦਿੱਲੀ ਨਾਲ ਲਿੰਕ ਨਹੀਂ ਸੀ, ਅਕਾਲੀ ਦਲ ਦਾ ਵੀ ਨਹੀਂ ਸੀ, ਕਦੇ 5 ਸਾਲ ਨਹੀਂ ਟੱਪੇ ਸੀ। ਜਦੋਂ ਲਿੰਕ ਬਣ ਗਿਆ ਉਦੋਂ ਇਹ 5-5 10-10 ਸਾਲਾਂ ਦੀਆਂ ਸਰਕਾਰਾਂ ਇੰਜੋਏ ਕਰਕੇ ਗਏ ਆ। ਐਂ ਕਾਂਗਰਸ ਦਾ ਹਾਲ ਆ। ਸੋ ਸਾਨੂੰ ਹਜੇ ਤਾਂ ਪਹਿਲਾਂ ਸੋਚਣਾ ਇਹ ਪਊਗਾ ਵੀ ਸਾਡੇ ਕੋਲੇ ਤਾਂ ਜਿਹੜੇ ਸੋਸ਼ਲ ਸਿਵਲ ਸਟਰਕਚਰ ਆ, ਜਥੇਬੰਦੀ ਸਿਵਲ ਸਟਰਕਚਰ ਜਥੇਬੰਦੀ ਹੁੰਦੀ ਆ ਨਾ, ਔਰ ਜੇ ਉਹੀ ਨਹੀਂ ਰਹੇ ਤਾਂ ਸਾਡਾ ਰਾਜ ਕਿੱਥੋਂ ਹੋ ਜਾਊਗਾ? ਲੱਖਾਂ ਕਰੋੜਾਂ ਰੁਪਈਆ ਲਾ ਲਓ ਤੁਸੀਂ ਇਲੈਕਸ਼ਨਾਂ ਤੇ, ਜਦੋਂ ਤੱਕ ਤੁਹਾਡੇ ਕੋਲੇ ਸਟਰੋਂਗ ਸਿਵਲ ਸਟਰਕਚਰ ਨਹੀਂ ਆ ਨਾ, ਤੁਸੀਂ ਇਲੈਕਸ਼ਨ ਨਹੀਂ ਜਿੱਤ ਸਕਦੇ। ਮੈਂ ਤੁਹਾਨੂੰ ਇੱਕ ਇਹਦੀ ਐਗਜ਼ਾਮਪਲ ਦਿੰਦਾ। ਤੁਸੀਂ ਪਾਰਟੀ ਬਣਾ ਰਹੇ ਹੋ? ਨਹੀਂ, ਦੇਖੋ ਮੈਂ ਪਾਰਟੀ ਨਹੀਂ ਬਣਾ ਰਿਹਾ, ਪਾਰਟੀ ਪੰਜਾਬ ਬਣਾਊਗਾ, ਤੇ ਜੇ ਉਹਦੇ 'ਚ ਮੇਰੀ ਜ਼ਰੂਰਤ ਪਈ ਮੈਂ ਦਿਨ ਰਾਤ ਦੇਵਾਂਗਾ। ਕਿਉਂ ਫੇਸ ਤੁਸੀਂ ਹੋਗੇ? ਨਹੀਂ, ਮੈਂ ਕਿਉਂ ਫੇਸ ਹੋਊਂਗਾ? ਕਲੈਕਟਿਵ ਲੀਡਰਸ਼ਿਪ ਹੋਊਗੀ। ਇੱਕ ਬੰਦੇ ਨੂੰ ਫੇਸ ਬਣਾ ਕੇ ਤਾਂ ਅਸੀਂ ਫਿਰ ਜਿਹੜੇ ਨਾਲ ਦੇ ਬੰਦੇ ਨੇ, ਆਪਾਂ ਐਡਵੋਕੇਟ ਸਿਮਰਨਜੀਤ ਗਿੱਲ ਦੀ ਗੱਲ ਕਰਦੇ ਹਾਂ ਜਾਂ ਹੋਰ ਬਹੁ ਗਿਣਤੀ ਲੋਕਾਂ ਦੀ ਗੱਲ ਕਰਦੇ ਹਾਂ, ਜਿਹੜੇ ਵੱਡੇ ਚਿਹਰੇ ਨੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ, ਉਹ ਟੁੱਟਦੇ ਜਾ ਰਹੇ ਨੇ। ਫਿਰ ਢਾਂਚਾ ਬਣੂ ਕਿਵੇਂ? ਇਕੱਠੇ ਕਿਵੇਂ ਹੋਣਗੇ? ਦੇਖੋ ਗੱਲ ਆਏ ਆ ਬਾਈ, ਇਹ ਟੁੱਟਣਾ ਜੁੜਨਾ ਤਾਂ ਪ੍ਰੋਸੈਸ ਆ, ਹਨਾ। ਮੇਰੇ ਲਈ ਤਾਂ ਉਹ ਹਮੇਸ਼ਾ ਹੀ ਸਤਿਕਾਰਯੋਗ ਸੀ ਤੇ ਸਤਿਕਾਰਯੋਗ ਹੀ ਰਹਿਣਗੇ। ਟੁੱਟ ਜਾਣ ਜੁੜ ਜਾਣ ਕੋਈ ਗੱਲ ਨਹੀਂ। ਸੱਚ ਤੇ ਪਹਿਰਾ ਦੇਣਾ ਮੈਂ ਤਾਂ ਉੱਥੇ ਹੀ ਖੜ ਸਕਦਾ, ਮੈਂ ਤਾਂ ਇਹ ਮਿੱਥ ਕੇ ਆਇਆ, ਹਨਾ, ਜਾਂ ਇਹੀ ਮੇਰੀ ਪਰਸਨੈਲਿਟੀ ਆ। ਹੁਣ ਸੱਚ ਤੇ ਪਹਿਰਾ ਮੈਂ ਇਹ ਕਹਿਣਾ ਵੀ ਪੰਜਾਬ ਨੇ ਅੱਜ ਤੱਕ 17-73 ਸਾਲਾਂ 'ਚ ਆਪਦੀ ਸਿਆਸਤ ਹੀ ਨਹੀਂ ਖੜੀ ਕਰ ਸਕੇ ਅਸੀਂ। ਪੰਜਾਬ ਦੀ ਆਪਦੀ ਸਿਆਸਤ ਤਾਂ ਉਹ ਹੁੰਦੀ ਹੈ ਨਾ ਜਿਹੜੀ ਪੰਜਾਬ ਕੇਂਦਰਿਤ ਹੁੰਦੀ, ਪੰਜਾਬ ਤੋਂ ਚੱਲਦੀ, ਉਹਦਾ ਸੰਚਾਲਨ ਦਿੱਲੀ ਤੋਂ ਨਾ ਹੁੰਦਾ। ਇੱਕ ਮਿੰਟ ਮੈਨੂੰ ਗੱਲ ਪੂਰੀ ਕਰਨ ਦਿਓ। ਹੁਣ ਜੇ ਪੰਜਾਬ ਅੱਜ ਤੱਕ ਆਪਦੀ ਸਿਆਸਤ ਹੀ ਨਹੀਂ ਖੜੀ ਕਰ ਸਕਿਆ, ਤੇ ਜੇ ਅੱਜ ਪੰਜਾਬ ਨੇ ਆਪਦੀ ਸਿਆਸਤ ਖੜੀ ਕਰਨੀ ਆ, ਉਹਦੇ 'ਚ ਮਾੜੀ ਗੱਲ ਕੀ ਆ? ਮੈਂ ਪੰਜਾਬ ਦੀ ਗੱਲ ਕਰ ਰਿਹਾ। ਇੱਕ ਮਿੰਟ, ਹੁਣ ਇੱਕ ਮਿੰਟ, ਇਹ ਗੱਲ ਸਾਰੀਆਂ ਸਟੇਜਾਂ ਤੇ ਹੁੰਦੀ ਹੈ। ਪੰਜਾਬ ਨਾਲ ਕੀ ਹੋਇਆ? ਦੂਜੀ ਗੱਲ ਨਹੀਂ, ਪੰਜਾਬ ਨਾਲ ਕੀ ਹੋਇਆ ਦੀ ਗੱਲ ਨਹੀਂ ਕਰ ਰਹੇ। ਪੰਜਾਬ ਦੀ ਸਿਆਸਤ ਕਿਉਂ ਨਹੀਂ ਖੜੀ? ਜਿਹੜਾ ਗਾਂ ਵਾਲਾ ਇੱਕ ਮਿੰਟ, ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਹ ਗੱਲ ਤਾਂ ਸੁਖਬੀਰ ਸਿੰਘ ਬਾਦਲ ਵੀ ਆਪਦਾ ਵਿਜ਼ਨ ਦੱਸਦੇ ਆ। ਇੱਕ ਮਿੰਟ, ਵਿਜ਼ਨ ਦੀ ਗੱਲ ਮੈਂ ਦੂਜੀ ਗੱਲ ਦੱਸਦਾ, ਨਾਲ ਦੀ ਗੱਲ ਪੂਰੀ ਕਰਨ ਦਿਓ, ਫਿਰ ਅਗਲੇ ਸਵਾਲ ਤੇ ਆਉਣੇ ਆ। ਹੁਣ ਪੰਜਾਬ ਜੇ ਸਿਆਸਤ ਖੜੀ ਕਰੂਗਾ, ਪੰਜਾਬ ਨੇ ਸਿਆਸਤ ਪਹਿਲਾਂ ਵੀ ਖੜੀ ਕੀਤੀ ਆ,
ਪਹਿਲਾਂ ਖੜੀ ਕੀਤੀ ਹੋਈ ਸਿਆਸਤ, ਚਾਹੇ ਸਾਡਾ ਅਕਾਲੀ ਦਲ ਹੋਵੇ ਜੀ, ਚਾਹੇ ਉਸ ਤੋਂ ਬਾਅਦ ਆ PDP ਬਣੀ, ਜੀ, ਚਾਹੇ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਤਾਂ ਏਡਾ ਵੱਡਾ ਉਭਾਰ ਇੱਕ ਰਾਜਨੀਤਿਕ ਤੌਰ ਤੇ ਆਇਆ। ਜੀ, ਇਹਨਾਂ ਤੋਂ ਗਲਤੀਆਂ ਕਿੱਥੇ ਹੋਈਆਂ? ਇਹਨਾਂ ਨੇ ਪਹਿਰੇਦਾਰੀ ਸਿਸਟਮ ਸੀ ਜਿਹੜਾ, ਜਾਂ ਇੱਕ ਸਮਾਜਿਕ ਸਰਦਾਰੀ ਸੀ, ਇਹਨਾਂ ਕੋਲੇ ਉਹ ਹੈ ਨਹੀਂ ਸੀ ਕਦੇ ਵੀ, ਹਨਾ। ਅੱਜ ਪੰਜਾਬ ਨੂੰ ਜ਼ਰੂਰਤ ਆ ਕੱਲੀ, ਜੇ ਸਿਆਸਤ ਖੜੀ ਕਰਨੀ ਆ ਨਾ ਤਾਂ ਤੁਹਾਨੂੰ ਜ਼ਰੂਰਤ ਆ ਉਸੇ ਢਾਂਚੇ ਦੀ ਜਿਹੜਾ ਕਦੇ ਅਕਾਲੀ ਦਲ ਦਾ ਢਾਂਚਾ ਹੁੰਦਾ ਸੀ, ਜਿੱਥੇ ਇਹ ਕਿਹਾ ਜਾਂਦਾ ਸੀ ਜਿਹੜੇ ਜਥੇਦਾਰ ਆ ਉਹ ਕਦੇ ਵੀ ਇਲੈਕਸ਼ਨ ਨਹੀਂ ਲੜਨਗੇ। ਤੁਹਾਨੂੰ ਇਸ ਕਰਕੇ ਅੱਜ ਪੰਜਾਬ ਦੀ ਜਿਹੜੀ ਜ਼ਰੂਰਤ ਆ ਉਹ ਦੋ ਤਰ੍ਹਾਂ ਦੀ ਜ਼ਰੂਰਤ ਆ। ਪਹਿਲੀ ਜ਼ਰੂਰਤ ਆ ਸਿਵਲ ਸਟਰਕਚਰ, ਸਮਾਜਿਕ ਜਥੇਬੰਦੀ ਸਟਰੋਂਗ, ਜਿਹਦੀ ਕ੍ਰੈਡੀਬਿਲਿਟੀ ਤੇ ਤੁਹਾਨੂੰ ਕੋਈ ਸ਼ੱਕ ਨਾ ਹੋਵੇ। ਜਿਨ੍ਹਾਂ ਨੇ ਕਹਿਤਾ ਪੰਜਾਬ ਬੰਦ ਤਾਂ ਬੰਦ, ਪੰਜਾਬ ਖੁੱਲ੍ਹਾ ਤਾਂ ਖੁੱਲ੍ਹਾ। ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ। ਹੁਣ ਦੂਜਾ, ਉਸੇ ਸਮਾਜਿਕ ਜਾਂ ਸਿਵਲ ਸਟਰਕਚਰ ਚੋਂ ਜਿਹੜੀ ਇਵੋਲਵ ਹੋ ਕੇ ਲੀਡਰਸ਼ਿਪ ਨਿਕਲੂਗੀ, ਉਹ ਲੀਡਰਸ਼ਿਪ ਤੁਹਾਡੀ ਰਾਸ਼ਟਰੀ ਲੀਡਰਸ਼ਿਪ ਹੋਊਗੀ। ਤਾਂ ਇਹ ਤਾਂ ਇਵੋਲਵ ਹੋਣ ਦਾ ਪ੍ਰੋਸੈਸ ਆ। ਅਸੀਂ ਕਈ ਵਾਰੀ ਗਲਤੀਆਂ ਕਿੱਥੇ ਕਰਦੇ ਆ, ਆਪਦੀ ਸਮਝ ਨਾਲ ਚਾਰ ਬੰਦੇ ਜੋੜ ਲੈਂਦੇ ਆ। ਅੱਛਾ, ਆਪਦੀ ਸਮਝ ਨਾਲ ਆਪਾਂ ਜੋੜਤੇ ਤੇ ਉਹ ਗਾਂ ਉਹਨਾਂ ਦੀ ਆਪਦੀ ਸਮਝ ਹੁੰਦੀ ਆ। ਇੱਥੇ ਆ ਕੇ ਫਿਰ ਜਦੋਂ ਤੱਕ ਇਵੋਲਵ ਨਾ ਹੋਏ ਹੋ, ਵਿਕਸਿਤ ਹੋ ਕੇ ਕੋਈ ਗੱਲ ਨਾ ਬਣੀ ਹੋਵੇ, ਇੱਥੇ ਆ ਕੇ ਮਾਰ ਖਾ ਜਾਂਦੇ ਆ। ਤੁਸੀਂ ਕਿਵੇਂ ਇਸ ਢਾਂਚੇ ਨੂੰ ਖੜਾ ਕਰੋਗੇ? ਉਹਨਾਂ 'ਚ ਕ੍ਰੈਡੀਬਿਲਿਟੀ ਹੈ ਨਹੀਂ। ਅਕਾਲੀ ਦਲ ਦੀ ਮੰਨ ਲੈਂਦੇ ਆ, ਤੁਹਾਡੀ ਗੱਲ ਨਾਲ ਚੱਲਦੇ ਆ। ਕਾਂਗਰਸ ਦਾ ਢਾਂਚਾ ਖਰਾਬ ਹੋ ਚੁੱਕਿਆ, ਆਮ ਦਾ ਵੀ ਢਾਂਚਾ ਖਰਾਬ ਹੋ ਚੁੱਕਿਆ। ਤੁਸੀਂ ਕਿਵੇਂ ਇਹ ਚੀਜ਼ ਖੜੀ ਕਰੋਗੇ? ਇਹੀ ਸਟੇਜ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਜੀ ਆਉਂਦੇ ਨੇ, ਹਾਂਜੀ, ਦਾਦੂਵਾਲ ਜੀ ਆਉਂਦੇ ਨੇ, ਢੀਂਡਸਾ ਸਾਹਿਬ ਆਉਂਦੇ ਨੇ, ਪਰਮਿੰਦਰ ਸਿੰਘ ਢੀਂਡਸਾ। ਤੁਸੀਂ ਇਸ ਚੀਜ਼ ਨੂੰ ਕਿਵੇਂ ਲੈ ਕੇ ਜਾਓਗੇ? ਕਿਉਂਕਿ ਦੀਪ ਸਿੱਧੂ ਦੇ ਨਾਲ ਇੱਕ ਚੀਜ਼ ਜੁੜ ਚੁੱਕੀ ਆ, ਹੋਰ ਸਟੇਟ, ਸਾਡਾ ਰਾਜ। ਇਹ ਜਦੋਂ ਗੱਲਾਂ ਜੁੜਦੀਆਂ ਹੈਗੀਆਂ, ਇਹਨੂੰ ਸੈਂਟਰ ਕਦੇ ਵੀ ਨਹੀਂ ਅਸੈਪਟ ਕਰੂਗਾ। ਸੈਂਟਰ ਇਹ ਅਸੈਪਟ ਨਹੀਂ ਕਰੂਗਾ। ਪੰਜਾਬ ਦੇ ਲੋਕ ਨਹੀਂ ਅਸੈਪਟ ਕਰ ਰਹੇ। ਪੰਜਾਬ ਦੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਕਹਿ ਰਹੇ ਨੇ ਵੀ ਅਸੀਂ ਉਹ ਦਰਦ ਦੇਖੇ ਨੇ, ਅੱਜ ਦੇ ਨੌਜਵਾਨਾਂ ਨੇ ਦਰਦ ਨਹੀਂ ਦੇਖੇ। ਇਹਨਾਂ ਦੇ ਵਿੱਚ ਜੋਸ਼ ਆ, ਕੋਈ ਹੋਸ਼ੇ ਪੁਣੇ ਵਾਲੀ ਗੱਲ ਨਹੀਂ। ਇਹ ਕੰਮ ਹੋਰ ਪਾਸੇ ਚਲਿਆ ਜਾਣਾਗਾ। ਬਾਹਰੋਂ NRI ਵੀ ਬੜੀਆਂ ਗੱਲਾਂ ਕਹਿ ਰਹੇ ਨੇ, ਸਪੋਰਟ ਤੁਹਾਨੂੰ ਮਿਲ ਰਹੀ ਆ, ਕੋਈ ਦੋ ਰਾਏ ਨਹੀਂ। ਬਟ ਜਿਹੜਾ ਸਿਸਟਮ ਆ, ਜਿਵੇਂ ਤੁਸੀਂ ਕਿਸੇ ਨੂੰ ਡਰਾ ਕੇ ਧਮਕਾ ਕੇ, ਕਿਉਂਕਿ ਜਦੋਂ ਬੰਦੇ ਨੂੰ ਡਰਾਵਾ ਜਾਂਦਾ, ਕਿਸੇ ਆਮ ਵਿਅਕਤੀ ਦੇ ਘਰੇ ਪੁਲਿਸ ਜਾਂਦੀ ਆ, ਉਸ ਨੂੰ ਹਫਤਾ ਨੀਂਦ ਨਹੀਂ ਆਉਂਦੀ। ਉਸ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਬਾਈ ਗੱਲ ਹੁਣ ਤੁਸੀਂ ਆਪਦੇ ਆਪ ਨੂੰ ਹੀ ਕੌਨਫਲਿਕਟ ਕਰਕੇ, ਪਰ ਚਲੋ ਆਪਾਂ ਜੋ ਮੈਂ ਤੁਸੀਂ ਕਹਿਣਾ ਚਾਹੁੰਦੇ ਸੀ ਉਹ ਮੈਂ ਸਮਝ ਗਿਆ, ਉਹਦਾ ਜਵਾਬ ਦਿੰਦਾ। ਪਹਿਲੀ ਗੱਲ, ਅਸੀਂ ਜੇ ਆਪਦੇ ਰਾਜ ਦੀ ਗੱਲ ਕਰਦੇ ਆ ਤਾਂ ਇਤਿਹਾਸਕ ਤੌਰ ਤੇ ਹੀ ਕਰਦੇ ਆ ਨਾ। ਸਾਡੇ ਕੋਲੇ ਤਾਂ ਆਪਦਾ ਰਾਜ ਸੀਗਾ ਨਾ, ਇਹਨੂੰ ਤੁਸੀਂ ਮਨਾ ਕਰ ਦਿਓ। ਪੰਜਾਬ ਨੇ ਆਪਦਾ ਸਟੇਟਹੁੱਡ ਤਾਂ ਮੰਨਿਆ ਨਾ, ਇਹਦਾ ਮਤਲਬ ਪੰਜਾਬ ਇੱਕ ਆਪਦਾ ਰਾਜ ਸੀ। ਅੱਜ ਅਸੀਂ ਇੱਕ ਪੀਸਫੁਲ ਰੈਜ਼ਿਸਟੈਂਸ ਦੇ ਰਹੇ ਆ, ਇੱਕ ਪੈਸਿਵ ਰੈਜ਼ਿਸਟੈਂਸ ਆ। ਅੱਜ ਤੱਕ ਕੋਈ ਬੱਸ ਭੰਨੀ ਹੋਵੇ, ਕੋਈ ਅਸੀਂ ਵਾਰਦਾਤ ਕੀਤੀ ਹੋਵੇ ਇਹੋ ਜਿਹੀ ਵੀ ਕਿਸੇ ਪਬਲਿਕ ਨੂੰ ਅਸੀਂ ਤੰਗ ਕੀਤਾ ਹੋਵੇ? ਜੇ ਜਾਮ ਲੱਗਿਆ ਤਾਂ ਮੈਂ ਆਪ ਜਾ ਕੇ ਉਹ ਮੁੰਡਿਆਂ ਨੂੰ ਕਨਵਿੰਸ ਕਰਕੇ ਖੁਲਵਾਏ ਆ। ਕੋਈ ਟਰੈਕਟਰ ਆ ਕੇ ਖੜਾ ਕਰ ਦਿੰਦਾ ਤਾਂ ਟਰੈਕਟਰ ਖੁਲਵਾਉਣਾ ਵੀ ਨਹੀਂ, ਕਿਸੇ ਨੂੰ ਤੰਗ ਨਹੀਂ ਕਰਨਾ। ਬੜਾ ਪੀਸਫੁਲ ਰੈਜ਼ਿਸਟੈਂਸ ਆ। ਪਰ ਪੀਸਫੁਲ ਰੈਜ਼ਿਸਟੈਂਸ ਦਾ ਮਤਲਬ ਇਹ ਥੋੜ੍ਹੀ ਆ ਅਸੀਂ ਆਪਦੇ ਇਤਿਹਾਸ ਨੂੰ ਭੁੱਲ ਜਾਂਗੇ ਜਾਂ ਉਹਦੀ ਗੱਲ ਨਹੀਂ ਕਰਾਂਗੇ। ਹੁਣ ਜਦੋਂ ਸਾਡੇ ਕੋਲੇ ਆਪਦਾ ਸਟੇਟਹੁੱਡ ਸੀ, ਇਹਦਾ ਮਤਲਬ ਜਦੋਂ ਆਜ਼ਾਦੀ ਮਿਲੀ, ਇਹ ਗੱਲ ਨੂੰ ਸਮਝਦੇ ਹਾਂ। ਹੁਣ ਆਪਾਂ ਆਜ਼ਾਦੀ ਮਿਲੀ, ਆਜ਼ਾਦੀ 'ਚ ਪੰਜਾਬ ਆਪਦਾ ਇੱਕ ਸਟੇਟ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਬਹੁਤ ਹੋਰ ਇਲਾਕਿਆਂ ਨੇ ਵੀ ਫੀਲ ਕੀਤਾ, ਜਿਵੇਂ ਕਸ਼ਮੀਰ ਨੇ ਵੀ ਫੀਲ ਕੀਤਾ ਵੀ ਮੇਰਾ ਆਪਦਾ ਇੱਕ ਸਟੇਟ ਆ, ਹੈ ਨਾ, ਮੇਰਾ ਆਪਦੀ ਸਟੇਟ ਆ, ਮੈਂ ਆਪਦੇ ਆਪ 'ਚ ਦੇਸ਼ ਆ। ਪੰਜਾਬ ਇੱਕ ਆਪਦਾ ਦੇਸ਼ ਸੀ। ਕਿਉਂਕਿ ਤੁਸੀਂ ਦੇਖੋ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ, ਉਸ ਵੇਲੇ ਜਦੋਂ ਸ਼ਾਹ ਮੁਹੰਮਦ ਜੰਗਨਾਮਾ ਲਿਖਦਾ ਤਾਂ ਪਹਿਲਾਂ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਹੈ ਨਾ। ਪ੍ਰੋਫੈਸਰ ਮੋਹਨ ਸਿੰਘ ਵੀ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਕੋਈ ਦਿਓ ਦੁਆਵਾਂ। ਹੁਣ ਪੰਜਾਬ ਇੱਕ ਦੇਸ਼ ਸੀ ਆਪਦੇ ਆਪ 'ਚ। ਚਲੋ, ਸਾਡੀ ਉਸ ਵੇਲੇ ਦੀ ਲੀਡਰਸ਼ਿਪ ਨੇ ਇਹ ਗੱਲ ਮੰਨੀ ਵੀ ਅਸੀਂ ਇਸ ਦੇਸ਼ ਨੂੰ ਇੱਕ ਯੂਨੀਅਨ 'ਚ ਲੈ ਕੇ ਆਉਣੇ ਆ, ਯੂਨੀਅਨ ਆਫ ਇੰਡੀਆ ਦਾ ਹਿੱਸਾ ਬਣਾਉਣੇ ਆ। ਯੂਨੀਅਨ ਆਫ ਇੰਡੀਆ ਨੇ ਸਾਨੂੰ ਇਹ ਭਰੋਸਾ ਦਿਵਾਇਆ ਵੀ ਤੁਹਾਡੀ ਕੌਮੀਅਤ ਆ ਜਿਹੜੀ ਪੰਜਾਬੀ, ਤੁਹਾਡੀ ਵਿਲੱਖਣਤਾ, ਤੁਹਾਡੇ ਫਲਸਫੇ ਆ, ਤੁਹਾਡਾ ਸੱਭਿਆਚਾਰ ਆ, ਇਹਨੂੰ ਅਸੀਂ ਸੁਰੱਖਿਅਤ ਰੱਖਾਂਗੇ। ਮਤਲਬ ਸਾਨੂੰ ਸੁਰੱਖਿਅਤ ਰੱਖਣਗੇ ਤੇ ਅਸੀਂ ਆਪਦੀ ਵਫਾਦਾਰੀ ਦੇਣੀ ਆ ਯੂਨੀਅਨ ਨੂੰ।
ਅੱਜ ਜੇ ਗੱਲ ਹੋਂਦ ਤੇ ਆ ਗਈ ਆ, ਇਹਦਾ ਮਤਲਬ ਜਿਹੜੀ ਯੂਨੀਅਨ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਸਾਡੀ ਵਿਲੱਖਣਤਾ, ਸਾਡਾ ਸੱਭਿਆਚਾਰ, ਸਾਡੀ ਕੌਮੀਅਤ ਇਹਨੂੰ ਸੁਰੱਖਿਅਤ ਰੱਖਣਗੇ, ਉਹ ਭਰੋਸਾ ਤੋੜਤਾ ਜੇ ਅਸੀਂ ਆਪਦੀ ਹੋਂਦ ਲਈ ਲੜੀ ਜਾਂਦੇ ਆ। ਤੇ ਫਿਰ ਸਾਡਾ ਭਰੋਸਾ ਕਾਹਦਾ ਰਹਿ ਗਿਆ? ਰਿਲੇਸ਼ਨਸ਼ਿਪ ਤਾਂ ਦੋਨੇ ਪਾਸਿਓਂ ਆ ਨਾ। ਇੱਕ ਨਾਗਰਿਕ ਦਾ ਰਿਲੇਸ਼ਨਸ਼ਿਪ ਇੱਕ ਯੂਨੀਅਨ ਨਾਲ, ਇੱਕ ਦੇਸ਼ ਨਾਲ ਕੀ ਹੁੰਦਾ ਵੀ ਨਾਗਰਿਕ ਸੁਰੱਖਿਅਤ ਮਹਿਸੂਸ ਕਰੇ ਤੇ ਦੇਸ਼ ਨਾਲ ਉਹਦੀ ਵਫਾਦਾਰੀ ਰਹੇ। ਜੇ ਨਾਗਰਿਕ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ ਤੇ ਦੇਸ਼ ਨਾਲ ਵਫਾਦਾਰੀ ਕਿੱਥੋਂ ਰਹੂਗੀ? ਇਹ ਤਾਂ ਯੂਨੀਅਨ ਨੂੰ ਦੇਖਣਾ ਚਾਹੀਦਾ। ਇੱਕ ਮਿੰਟ ਪਹਿਲਾਂ ਮੈਂ ਆਪਣਾ ਦੇਸ਼ ਮੰਨਦੇ? ਨਹੀਂ ਮੈਂ ਦੱਸਦਾ ਤੁਹਾਨੂੰ। ਮੈਂ ਪਹਿਲਾਂ ਪੰਜਾਬ ਨੂੰ ਮੰਨਦਾ, ਪਹਿਲਾਂ ਪੰਜਾਬ ਮੇਰਾ ਦੇਸ਼ ਆ, ਫਿਰ ਭਾਰਤ ਮੇਰਾ ਦੇਸ਼ ਆ। ਹੁਣ ਗੱਲ ਆਏ ਆ ਵੀ ਯੂਨੀਅਨ ਸਾਨੂੰ ਅੱਜ ਹੋਂਦ ਤੇ ਲਿਆ ਕੇ ਖੜੀ ਕਰਤਾ ਯੂਨੀਅਨ ਨੇ, ਅਸੀਂ ਫੇਰ ਪੀਸਫੁਲ ਇੱਕ ਸ਼ਾਂਤੀਪੂਰਕ ਢੰਗ 'ਚ ਬੈਠੇ ਆ, ਪਰ ਗੱਲ ਆਪਦੇ ਹੱਕ ਹੀ ਮੰਗ ਰਹੇ ਆ ਨਾ। ਅਸੀਂ ਆਪਦੇ ਹੱਕ ਮੰਗ ਰਹੇ ਆ ਵੀ ਸਾਡੀ ਜਿਹੜਾ ਕੌਮੀਅਤ ਆ, ਮਲਟੀਕਲਚਰਲਿਜ਼ਮ ਆ, ਸਾਡਾ ਸੱਭਿਆਚਾਰ ਆ, ਸਾਡੀ ਬੋਲੀ ਆ, ਸਾਡੀ ਸਿੱਖਿਆ, ਸਾਡੀਆਂ ਰਵਾਇਤਾਂ, ਸਾਡੇ ਪਾਣੀ, ਸਾਡੇ ਸਰਮਾਏ ਆ ਧਰਤੀ ਤੇ ਪਾਣੀ, ਇਹਨਾਂ ਨੂੰ ਤਾਂ ਯਾਰ ਸਾਡੇ ਹਿਸਾਬ ਨਾਲ ਰਹਿਣ ਦਿਓ, ਸਾਨੂੰ ਸਾਡੇ ਹੱਕ ਤਾਂ ਦਿਓ। ਇੰਨੀ ਗੱਲ ਹੀ ਕੀਤੀ ਆ। ਇਹਦੇ 'ਚ ਆ ਕੇ ਜੇ ਤੁਹਾਨੂੰ ਵੀ, ਤੁਸੀਂ ਤਾਂ ਇੱਕ ਨਿਰਪੱਖ ਜਰਨਲਿਜ਼ਮ ਕਰਦੇ ਹੋ ਨਾ ਪੰਜਾਬ 'ਚ, ਜੇ ਤੁਹਾਡੇ ਵੀ ਗੱਲ ਸਮਝ ਨਹੀਂ ਆ ਰਹੀ ਤੇ ਤੁਸੀਂ ਕਹਿ ਰਹੇ ਹੋ ਵੀ ਆਪਾਂ ਪੰਜਾਬ ਨੇ ਪਹਿਲਾਂ ਮਾੜਾ ਟਾਈਮ ਦੇਖਿਆ, ਪੰਜਾਬ ਹੁਣ ਕਿਸੇ ਹੋਰ ਪਾਸੇ ਨਹੀਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਟਾਈਮ ਮਾੜਾ ਚੰਗਾ ਕੁਝ ਨਹੀਂ ਹੁੰਦਾ। ਉਹ ਸੰਘਰਸ਼ੀ ਬੰਦਿਆਂ ਤੋਂ ਪੁੱਛ ਕੇ ਦੇਖੋ, ਔਰ ਸੰਘਰਸ਼ ਦੇ ਬੜੇ ਵੱਖਰੇ ਵੱਖਰੇ ਵਹਿਣ ਵਹਿੰਦੇ ਹੁੰਦੇ ਆ। ਉਸ ਵੇਲੇ ਸੰਘਰਸ਼ ਦਾ ਵਹਿਣ ਹਥਿਆਰਬੰਦ ਸੀ, ਅੱਜ ਸੰਘਰਸ਼ ਦਾ ਵਹਿਣ ਆਈਡੀਓਲੋਜੀਕਲੀ ਆ। ਅੱਜ ਆਈਡੀਓਲੋਜੀ ਨਾਲ ਲੜ ਰਹੇ ਹਾਂ ਅਸੀਂ, ਤਾਂ ਆਈਡੀਓਲੋਜੀ ਦੇ ਥਰੂ ਲੜ ਰਹੇ ਹਾਂ। ਦੀਪ ਜੀ, ਸੰਘਰਸ਼ ਦਾ ਇੱਕ ਵਹਿਣ ਇਹ ਵੀ ਹੈ, ਇੱਕ ਮੁੱਠ ਹੋਣਾ। ਹਾਂਜੀ। ਜਿਹੜੇ ਪਹਿਲਾਂ ਇੱਕ ਮੁੱਠ ਸੀ, ਹੁਣ ਖੇਰੂ ਹੋ ਗਏ, ਜੱਸ ਬਾਜਵਾ ਸੀ, ਲੱਖਾ ਸਿੰਘ ਸਧਾਣਾ ਸੀ। ਤੁਸੀਂ ਕਿਉਂ ਨਹੀਂ ਪੋਸਟ ਪਾਉਂਦੇ, ਕਿਉਂ ਨਹੀਂ ਉਹਨਾਂ ਕੋਲੇ ਜਾਂਦੇ? ਮਸਲਾ ਪੰਜਾਬ ਦਾ ਕਿਸੇ ਦਾ ਪਰਸਨਲ ਮਸਲਾ ਨਹੀਂ। ਜਿੰਨਾ ਤੁਹਾਡਾ ਪੰਜਾਬ ਆ ਉਨਾ ਹੀ ਸਾਡਾ ਗਾ, ਉਨਾ ਹੀ ਮੇਰਾ ਗਾ, ਉਨਾ ਹੀ ਉਹਨਾਂ ਦਾ ਗਾ, ਉਨਾ ਹੀ ਕਲਾਕਾਰਾਂ ਦਾ, ਉਨਾ ਹੀ ਐਕਟਰਾਂ ਦਾ, ਉਨਾ ਹੀ ਲੀਡਰਾਂ ਦਾ। ਉਹਨਾਂ ਦੇ ਕੋਲੇ ਜਾਓ, ਕੋਲੇ ਜਾ ਕੇ ਉਹਨਾਂ ਦੇ ਤਰਲੇ ਮਿੰਤਾਂ ਜੋ ਕਰੋ, ਭਾਈ ਅਸੀਂ ਫੇਰ ਕਰ ਲਾਂਗੇ ਜਿਹੜਾ ਕੁਝ ਕਰਨਾਗਾ, ਇਕੱਠੇ ਤਾਂ ਹੋ ਜਾਓ। ਤੁਸੀਂ ਉਹਨਾਂ ਦੀ ਗੱਲ ਸੁਣੋ, ਆਪਣੀ ਗੱਲ ਰੱਖੋ। ਜਿਹੜੀ ਮਿਸਅੰਡਰਸਟੈਂਡਿੰਗ ਆ, ਜਿਹੜੀ ਤੁਸੀਂ ਉਹਨਾਂ ਨੂੰ ਆਪਦੀ ਗੱਲ ਨਹੀਂ ਸਮਝਾ ਸਕਦੇ, ਉਹ ਤੁਹਾਨੂੰ ਨਹੀਂ, ਤੁਸੀਂ ਉਹਨਾਂ ਨੂੰ ਸਮਝ ਨਹੀਂ ਆ ਰਹੀਆਂ ਗੱਲਾਂ, ਉਹ ਚੀਜ਼ ਕਿਉਂ ਆ? ਜੇ ਇਕੱਠੇ ਹੋਵੋਗੇ ਫੇਰ ਹੀ ਸੰਘਰਸ਼ ਹੋਊਗਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਗੱਲ ਤੁਹਾਡੀ ਜਮਾਂ ਸਹੀ ਆ ਜੀ, ਵੀ ਜਦੋਂ ਸਾਡੀ ਜਿੱਤ ਹੀ ਸਾਡੇ ਇਕੱਠੇ ਹੋਣ 'ਚ ਪਈ ਆ, ਹਨਾ ਜੀ। ਹੁਣ ਤੁਹਾਨੂੰ ਕਿਉਂ ਲੱਗਦਾ ਵੀ ਮੈਂ ਇਕੱਠਾ ਨਹੀਂ ਆ? ਮੈਂ ਮਲੇਰਕੋਟਲੇ ਧਰਨੇ ਤੇ ਮੈਨੂੰ ਬੁਲਾਇਆ ਗਿਆ, ਉੱਥੇ ਲੱਖਾ ਬਾਈ ਵੀ ਸੀ, ਉੱਥੇ ਆਪਣਾ ਕੰਵਰ ਵੀ ਸੀ, ਹਨਾ, ਉੱਥੇ ਹੋਰ ਵੀ ਆਪਣੇ ਬੰਦੇ ਸੀ, ਹਨਾ, ਹਰਫ ਚੀਮਾ ਵੀ ਸੀ, ਮੈਂ ਵੀ ਸੀ, ਤੇ ਅਸੀਂ ਸਾਰੇ ਇਕੱਠੇ ਹੀ ਸੀ ਉੱਥੇ। ਹੁਣ ਅਗਲੀ ਗੱਲ, ਫਿਰ ਲੁਧਿਆਣੇ ਗਏ, ਉਦੋਂ ਆਪਣਾ ਕੰਵਰ, ਲੱਖਾ ਬਾਈ ਤੇ ਮੈਂ ਫੇਰ ਇਕੱਠੇ। ਫਿਰ ਬਾਈ ਇੱਕ ਮਿੰਟ ਬਾਈ, ਫਿਰ ਇਹ ਗੱਲ ਕਿਉਂ ਆ? ਸ਼ੰਭੂ ਮੋਰਚਾ ਦੀਪ ਸਿੱਧੂ ਦਾਗਾ, ਲੱਖਾ ਸਿੰਘ ਸਧਾਣਾ ਕਹਿੰਦੇ ਆ, ਕਲਾਕਾਰ ਕਹਿੰਦੇ ਆ ਅਸੀਂ ਕਿਸਾਨਾਂ ਦੇ ਮਗਰ ਚੱਲਾਂਗੇ, ਅਸੀਂ ਕਿਸਾਨਾਂ ਦੇ ਨਾਲ ਆ। ਦੀਪ ਸਿੱਧੂ ਕਿਸਾਨਾਂ ਤੋਂ ਅਲੱਗ ਆ, ਕਿਸਾਨ ਪੰਜਾਬ ਤੋਂ ਅਲੱਗ। ਕੀ ਗੱਲ ਆ ਇਹ? ਕਿਉਂਕਿ ਲੋਕ ਕਨਫਿਊਜ਼ ਆ। ਨਹੀਂ ਦੇਖੋ, ਲੋਕ ਕਨਫਿਊਜ਼ ਨਹੀਂ ਆ, ਪਰ ਤੁਹਾਡੇ ਨਾਲ ਗੱਲ ਆਪਾਂ ਫੇਰ ਕਰ ਲੈਂਦੇ ਆ ਜੀ। ਇਹ ਗੱਲ ਜਿੱਦਾਂ ਕਿਸਾਨਾਂ ਨਾਲ ਮੀਟਿੰਗ ਹੋਈ ਆ, ਇਹ ਉੱਥੇ ਹੀ ਉਹਨਾਂ ਸਾਰਿਆਂ ਨੇ ਇਹ ਗੱਲ ਕਹਿਤੀ ਸੀ ਵੀ ਕਿਸਾਨਾਂ ਦਾ ਸੰਘਰਸ਼ ਆ, ਕਿਸਾਨ ਜਥੇਬੰਦੀਆਂ ਕੋਲੇ ਤਜਰਬਾ, ਤੇ ਜਿਵੇਂ ਕਿਸਾਨ ਜਥੇਬੰਦੀਆਂ ਕਹਿਣਗੀਆਂ ਅਸੀਂ ਉਵੇਂ ਕਰਾਂਗੇ ਜੀ। ਤੇ ਕਿਸਾਨ ਜਥੇਬੰਦੀਆਂ ਕੱਲੀ ਐਮਐਸਪੀ ਦੀ ਲੜਾਈ ਲੜ ਰਹੀਆਂ ਸੀ। ਮੈਂ ਉਸੇ ਹਾਲ 'ਚ ਉੱਦਾਂ ਹੀ ਬੈਠ ਕੇ ਇਹ ਗੱਲ ਕਲੀਅਰ ਕੀਤੀ ਸੀ ਵੀ ਜਿਵੇਂ ਕਿਸਾਨ ਜਥੇਬੰਦੀਆਂ ਕਹਿਣਗੀਆਂ ਮੈਂ ਜਮਾਂ ਉਵੇਂ ਨਹੀਂ ਚੱਲੂੰਗਾ, ਮੈਂ ਉਹਨਾਂ ਦੇ ਨਾਲ ਆ, ਅੱਜ ਵੀ ਨਾਲ ਆ ਕਿਸਾਨਾਂ ਦੇ। ਪਰ ਮੈਂ ਇਹ ਸਮਝਦਾ ਆ, ਅਸੀਂ ਇਹ ਸਮਝਦੇ ਆ ਵੀ ਕੱਲੀ ਜਿਹੜੀ ਲੜਾਈ ਆ ਉਹ ਐਮਐਸਪੀ ਦੀ ਨਹੀਂ ਆ। ਐਮਐਸਪੀ ਤੋਂ ਪਹਿਲਾਂ ਵੀ ਸਾਡੇ ਕੋਲੇ ਜਿਹੜਾ ਐਗਰੀਰੀਅਨ ਮਾਡਲ ਆ, ਖੇਤੀਬਾੜੀ ਦਾ ਮਾਡਲ ਆ, ਉਹ ਬਾਹਲਾ ਸਿਖਾਵਾਂ ਨਹੀਂ ਆ, ਉਹ ਫੇਲ ਹੋ ਚੁੱਕਿਆ ਜੀ, ਉਹ ਐਕਸਪਾਇਰ ਹੋ ਚੁੱਕਿਆ। ਜੇ ਉਹ ਐਕਸਪਾਇਰ ਹੋ ਚੁੱਕਿਆ ਤੇ ਸਾਨੂੰ ਇੱਕ ਆਪਦਾ ਖੇਤੀਬਾੜੀ ਮਾਡਲ ਚਾਹੀਦਾ। ਹੁਣ ਜੇ ਉੱਥੇ ਇਹ ਗੱਲ ਉੱਠੀ ਵੀ ਇਹ ਸਾਡਾ ਕੰਮ ਥੋੜ੍ਹੀ ਆ, ਅਸੀਂ ਤਾਂ ਕਲਾਕਾਰ ਆ, ਫਿਰ ਅੱਜ ਤੁਸੀਂ ਕਹਿ ਰਹੇ ਹੋ ਕਲਾਕਾਰ ਤਾਂ ਸਾਰੇ, ਅਸੀਂ ਤਾਂ ਸਾਰੇ ਪਹਿਲਾਂ ਤਾਂ ਇੱਕ ਹੋਈਏ। ਗੱਲ ਆਏ ਆ ਬਾਈ ਜੀ, ਇਹ ਕੰਮ ਤਾਂ ਚਲੋ ਸਰਕਾਰ ਕਰਦੇ, ਪਰ ਅੱਜ ਤੱਕ ਸਰਕਾਰਾਂ ਨੇ ਕੀਤਾ ਨਹੀਂ ਨਾ। ਖੁਦਕੁਸ਼ੀਆਂ, ਕਰਜ਼ੇ, ਲੁੱਟ ਖਸੁੱਟ ਉਸ ਮਾਡਲ 'ਚ ਪਏ ਆ। ਔਰ ਖੁਦਕੁਸ਼ੀ ਇਹ ਨਹੀਂ ਵੀ ਇੱਕ ਬੰਦਾ ਫਾਹਾ ਲੈ ਗਿਆ ਤੇ ਮਰ ਗਿਆ, ਉਹ ਕਿੰਨੇ ਤਸੀਹੇ ਝੱਲਦਾ ਹੋਊਗਾ, ਪਹਿਲਾਂ ਕਿੱਡੇ
ਤਣਾਅ ਚੋਂ ਗੁਜ਼ਰਦਾ ਹੋਊਗਾ ਬੰਦਾ ਤੁਹਾਡੀ ਉੱਥੋਂ ਗੱਲ ਤੱਕ। ਹੁੰਦੀ ਹੈ ਇੱਕ ਮਿੰਟ ਜੀ, ਕਿਸਾਨ ਯੂਨੀਅਨਾਂ ਇੱਕ ਮਿੰਟ, ਕਿੰਨੇ ਤਣਾਅ ਚੋਂ ਗੁਜ਼ਰਦਾ ਹੋਊਗਾ ਬਾਈ ਜੀ। ਹੁਣ ਜੇ ਅਸੀਂ ਉਹਨੂੰ ਇੰਨੇ ਨਿਰਦਈ ਹੋ ਜਾਈਏ, ਉਹ ਸਭ ਕੁਝ ਨਾ ਦੇਖੀਏ, ਕੱਲੇ MSP ਦੀ ਲੜਾਈ ਲੜਨ ਲੱਗ ਜਾਈਏ ਏਡੇ ਵੱਡੇ ਉਭਾਰ ਤੋਂ ਬਾਅਦ, ਅੱਛਾ ਨਾਲ ਹੁਣ ਜੇ ਉਹ ਮਾਡਲ ਫੇਲ ਹੋ ਚੁੱਕਿਆ ਤੇ ਦੋ ਤਰ੍ਹਾਂ ਨਾਲ ਮਾਡਲ ਅਚੀਵ ਹੋ ਸਕਦਾ ਹੁੰਦਾ। ਇਹ ਗੱਲ ਸਮਝਣੀ ਪਊਗੀ। ਸਰਕਾਰਾਂ ਨੇ ਕਰਨਾ ਹੁੰਦਾ, ਮੈਂ ਮੰਨਦਾ। ਸਰਕਾਰ ਨਹੀਂ ਕਰ ਰਹੀ ਹੈ ਤਾਂ ਪਤਾ ਨਾ ਸਾਨੂੰ। ਜੇ ਸਰਕਾਰ ਨਹੀਂ ਕਰ ਰਹੀ ਤਾਂ ਸਮਾਜਿਕ ਲੈਵਲ ਤੇ ਵੀ ਉਹਨੂੰ ਇਨਫੋਰਸ ਕੀਤਾ ਜਾ ਸਕਦਾ। ਤੁਹਾਡੇ ਕੋਲੇ ਜੇ ਸਮਾਜ 'ਚ ਬਹੁਤ ਵੱਡੀ ਪਾਵਰ ਆ, ਹੁਣ ਜੇ ਇਕੱਠੇ ਹੋਵਾਂਗੇ ਤਾਂ ਉਹ ਪਾਵਰ ਜਨਰੇਟ ਹੋਊਗੀ ਨਾ। ਪਰ ਇਕੱਠੇ ਹੋਣ ਵਾਸਤੇ ਇਹ ਤਾਂ ਸਮਝੀਏ ਵੀ ਸਮਾਜਿਕ ਧਿਰ ਕੋਲੇ ਵੀ ਸਰਕਾਰ ਤੋਂ ਵੱਧ ਪਾਵਰ ਹੁੰਦੀ ਆ। ਸਰਕਾਰਾਂ ਡਰਦੀਆਂ ਹੀ ਸਮਾਜਿਕ ਧਿਰਾਂ ਤੋਂ ਹੁੰਦੀਆਂ, ਤੇ ਸਮਾਜਿਕ ਧਿਰਾਂ ਬਣਦੀਆਂ ਜਿਹੜੇ ਚੰਗੇ ਸੁਹਿਰਦ ਪੰਜਾਬ ਪ੍ਰਤੀ ਦਰਦ ਰੱਖਦੇ ਆ, ਦਰਦੀ ਆ ਪੰਜਾਬ ਦੇ, ਚਿੰਤਨ ਕਰਦੇ ਆ ਪੰਜਾਬ ਦਾ, ਉਹ ਬੰਦੇ ਜੇ ਇਕੱਠੇ ਹੋ ਜਾਣ ਇੱਕ ਬਹੁਤ ਵੱਡੀ ਸਮਾਜਿਕ ਧਿਰ ਬਣ ਕੇ ਤੇ ਇਹ ਮਾਡਲ ਨੂੰ ਪੰਜਾਬ 'ਚ ਇਨਫੋਰਸ ਕਰਾ ਸਕਦੀ ਆ, ਹਨਾ। ਸੋ ਕੱਲਾ ਜੇ ਅਸੀਂ ਮਾਨਸਿਕਤਾ 'ਚ ਇਹੀ ਰੱਖੀਏ ਵੀ ਸਰਕਾਰ ਹੀ ਕਰਾ ਸਕਦੀ ਆ, ਨਹੀਂ, ਪਹਿਲਾਂ ਸਮਾਜਿਕ ਧਿਰ ਫਿਰ ਸਰਕਾਰ। ਇਹ ਜਿਹੜੀਆਂ ਸਮਾਜ ਦੀਆਂ ਇਕਾਈਆਂ, ਤੁਸੀਂ ਇਹ ਦੇਖੋ ਅੱਜ ਜੇ ਆਪਾਂ ਗੱਲ ਨੂੰ ਸਮਝੀਏ, ਫਿਰ ਮੈਂ ਉਦਾਹਰਨ ਦਿੰਦਾ ਜੀ। ਜੇ ਰਾਮ ਮੰਦਿਰ ਬਣਿਆ ਉਹਦੇ ਨਾਲ ਸਰਕਾਰ ਨੂੰ ਨਹੀਂ ਫਾਇਦਾ ਹੋ ਰਿਹਾ, ਪਰ ਜਿਹੜੀ ਉਸ ਸਰਕਾਰ ਦੀ ਸਮਾਜਿਕ ਧਿਰ ਆ ਉਹਨੂੰ ਫਾਇਦਾ ਹੋ ਰਿਹਾ। ਇਹਦਾ ਮਤਲਬ ਸਰਦਾਰੀ ਕਿਹਦੀ ਆ? ਸਮਾਜਿਕ ਧਿਰ ਦੀ। ਤੇ ਸਮਾਜਿਕ ਧਿਰ ਵਾਲਿਆਂ ਨੇ ਆਪਦੇ ਹਿਸਾਬ ਨਾਲ ਸਰਕਾਰ ਘੜੀ ਆ। ਹੁਣ ਤੁਸੀਂ ਇਹ ਦੇਖੋ, ਮੋਦੀ ਤਾਂ ਅੱਜ ਆਪਾਂ ਨੂੰ ਦੇਖਦਾ ਵੀ ਪ੍ਰਾਈਮ ਮਿਨਿਸਟਰ ਮੋਦੀ ਆ, ਪਰ ਮੋਦੀ ਨੂੰ ਚੋਣਾਂ ਤੋਂ ਪਹਿਲਾਂ ਵੀ ਆਹ ਬੰਦਾ ਸਾਡਾ ਪ੍ਰਾਈਮ ਮਿਨਿਸਟਰ ਦਾ, ਉਹ ਤਾਂ ਇਲੈਕਟਡ ਆ ਨਾ, ਪਰ ਉਹ ਸਿਲੈਕਟਡ ਵੀ ਆ। ਜਿਹਨੇ ਸਿਲੈਕਟ ਕੀਤਾ ਵੀ ਆਹ ਬੰਦਾ ਸਾਡਾ ਪ੍ਰਧਾਨ ਮੰਤਰੀ ਹੋਊਗਾ, ਉਹ ਕਿੱਡਾ ਤਾਕਤਵਰ ਬੰਦਾ ਹੋਊਗਾ। ਸੋ ਅਸਲ ਗੱਲ ਤਾਂ ਉੱਥੇ ਪਈ ਆ। ਨਹੀਂ, ਤੁਹਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਹੁਣ ਗੱਲ ਹੁੰਦੀ ਆ, ਤੁਹਾਨੂੰ ਲੱਗਦਾ ਵੀ ਹਜੇ ਵੀ ਉਹ MSP ਨੂੰ ਲੈ ਕੇ ਲੜੀ ਜਾਂਦੇ ਆ? 3 ਆਰਡੀਨੈਂਸ ਵੀ ਨੇ, ਹੋਰ ਵੀ ਬੜੇ ਮੁੱਦੇ ਨੇ, ਅਲੱਗ-ਅਲੱਗ ਜਥੇਬੰਦੀਆਂ ਨੇ, ਘਰ ਦੇ ਵਿੱਚ 2 ਭਰਾ ਵੀ ਲੜ ਪੈਂਦੇ ਹੁੰਦੇ ਆ, ਉਹ 31 ਨੇ। ਤੁਸੀਂ ਇਹ ਚੀਜ਼ ਸਮਝੋ, ਸਾਰਿਆਂ ਦੇ ਕ੍ਰਾਂਤੀਕਾਰੀ ਵਾਲਿਆਂ ਦੇ ਨਾਲ ਉਹ ਹੋਰ ਮੁੱਦੇ ਲੈ ਕੇ ਵੀ ਤੁਰਦੇ ਨੇ, ਕਈ ਆਨੰਦਪੁਰ ਦਾ ਐਕਟ ਵੀ ਨਾਲ ਲੈ ਕੇ ਤੁਰਦੇ ਨੇ, ਕਈ ਇਕੱਲੇ ਆਪਦੇ ਕਿਸਾਨੀ ਨੂੰ ਲੈ ਕੇ ਤੁਰਦੇ ਨੇ, ਕਈ ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਤੁਰਦੇ ਨੇ। ਉਹਨਾਂ ਦੇ ਤੁਸੀਂ ਸਮਝਣ ਦੀ ਉਹ ਕੋਸ਼ਿਸ਼ ਕੀਤੀ? ਮੈਂ ਬਿਲਕੁਲ ਕੀਤੀ ਹੈ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜਾ ਬੰਦਾ ਅੱਜ ਖੁਦਮੁਖਤਿਆਰੀ ਦੀ ਗੱਲ ਕਰਦਾ ਜਾਂ ਜਿਹੜੀ ਜਥੇਬੰਦੀ ਖੁਦਮੁਖਤਿਆਰੀ ਦੀ ਗੱਲ ਕਰਦੀ ਆ, ਫਿਰ ਤਾਂ ਆਪਾਂ ਨਾਲ ਹੀ ਖੜੇ ਆ। ਆਪਾਂ ਤਾਂ, ਮੈਂ ਕਹਿ ਹੀ ਨਹੀਂ ਰਿਹਾ ਆਪਾਂ ਵੱਖਰੇ ਨਹੀਂ ਆ। ਮੈਂ ਜਿੱਦਾਂ ਕਿਸਾਨ ਯੂਨੀਅਨ 'ਚ ਮੀਟਿੰਗ ਹੋਈ ਸੀ, ਗੱਲ ਉੱਦਾਂ MSP ਦੀ ਉਹ ਰੱਖੀ ਗਈ ਸੀ ਮੇਰੇ ਸਾਹਮਣੇ। ਅੱਜ ਜੇ ਉਹ ਖੁਦਮੁਖਤਿਆਰੀ ਦੀ ਗੱਲ ਕਰਦੇ ਆ, ਫਿਰ ਮੈਂ ਤਾਂ ਕਿਹਾ ਹੀ ਨਹੀਂ। ਮੈਂ ਤਾਂ ਉੱਦਾਂ ਵੀ ਨਹੀਂ ਕਿਹਾ, ਮੈਂ ਕਦੇ ਵੀ ਨਹੀਂ ਕਿਹਾ, ਕਦੇ ਮੈਂ ਇੱਕ ਵੀ ਸ਼ਖਸੀਅਤ ਦੇ ਖਿਲਾਫ ਬੋਲਿਆ ਹੋਵਾਂ ਕਿਸੇ ਵੀ ਇੰਟਰਵਿਊ 'ਚ, ਕਿਸੇ ਦੇ ਖਿਲਾਫ ਕਿਸੇ ਤਰ੍ਹਾਂ ਕੋਈ ਲਫ਼ਜ਼ ਯੂਜ਼ ਕੀਤੇ ਹੋਣ ਜਿਹੜੇ ਮੇਰੇ ਤੋਂ ਵੱਖ ਵੀ ਹੋ ਗਏ, ਮੈਂ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਬੋਲਿਆ। ਕਿਉਂਕਿ ਮੇਰੀ ਲੜਾਈ ਤਾਂ ਮਕਸਦ ਤਾਂ ਦਿੱਲੀ ਨਾਲ ਆ। ਇੱਥੋਂ ਤੱਕ ਇਹ ਕੋਈ ਚੱਕਰ ਨਹੀਂ, ਆਪਸੀ ਵਖਰੇਵੇਂ ਤਾਂ ਸੁਲਝਾ ਲਾਂਗੇ ਅਸੀਂ। ਜਿਹੜੀ ਸੋਸ਼ਲ ਮੀਡੀਆ ਤੇ ਉਹ ਗੱਲ ਫੈਲੀ ਆ ਵੀ ਕਲਾਕਾਰ ਨਹੀਂ ਗਾਉਣ ਵਾਲੇ ਕਿਹਾ, ਗਵੀਏ ਕਿ ਤੁਸੀਂ ਇਦਾਂ ਦੀ ਕੋਈ ਗੱਲ ਲੈ ਕੇ ਤੁਹਾਨੂੰ ਫੈਲੀ ਆ, ਜਿਹੜੀ ਕਾਫੀ ਉਹਦਾ ਮਤਲਬ ਕਿੰਤੂ ਪਰੰਤੂ ਕੀਤਾਗਾ ਇਹਨਾਂ ਨੇ, ਉਹ ਕਿੱਥੋਂ ਆ ਗਈ ਫਿਰ? ਨਹੀਂ, ਦੇਖੋ, ਮੈਂ ਇਹ ਗੱਲ ਬਿਲਕੁਲ ਮੰਨਦਾ ਵੀ ਮੈਂ ਇਹ ਕਿਹਾ ਵੀ ਜਿਹੜੇ ਗਵਾਈਏ ਬਾਈ ਆਪਣੇ ਸਾਰੇ ਆ, ਇਹ ਮੈਂ ਬੋਲਿਆ, ਪਰ ਉਹ ਕੋਈ ਦੇਖੋ ਕਿਹੜੇ ਸੰਦਰਭ 'ਚ ਬੋਲਿਆ ਹੁੰਦਾ, ਉਹਦਾ ਕੰਟੈਕਸਟ ਕੀ ਆ। ਜੇ ਆਪਾਂ ਕਹੀਏ ਵੀ ਮੈਂ ਗਵਾਈਏ ਕਹਿ ਕੇ ਤੇ ਉਹਨਾਂ ਦਾ ਦਿਲ ਦੁਖਾਇਆ, ਆਮ ਵੈਰੀ ਸੌਰੀ ਅਬਾਊਟ ਇਟ, ਹੈ ਨਾ। ਆਪਾਂ ਕਹਿ ਦਿੰਦੇ ਹਾਂ ਕਲਾਕਾਰ, ਇੱਕ ਮਿੰਟ, ਠੀਕ ਹੈ, ਪਰ ਮੈਂ ਉਸ ਢੰਗ ਨਾਲ ਉਹ ਗੱਲ ਨਹੀਂ ਕਹੀ ਸੀ। ਕਿਉਂਕਿ ਮੈਂ ਦੇਖੋ ਕਲਾ ਦੀ ਤਾਂ ਬਹੁਤ ਕਦਰ ਕਰਦੇ ਹਾਂ ਆਪਾਂ, ਮੈਂ ਆਪ ਵੀ ਕਲਾਕਾਰ ਹਾਂ। ਜੇ ਕਲਾ ਦੀ ਉਹ ਕਦਰ ਨਹੀਂ ਕਰਾਂਗੇ ਫਿਰ ਕੋਈ ਫਾਇਦਾ ਨਹੀਂ। ਸੋ ਕਿਸੇ ਗਲਤ ਢੰਗ ਨਾਲ ਗੱਲ ਨਹੀਂ ਕਹੀ ਗਈ ਸੀ, ਪਰ ਕਈ ਵਾਰੀ ਪਰਸੀਵ ਹੋ ਜਾਂਦੀ ਹੈ ਗਲਤ ਢੰਗ ਨਾਲ, ਤੇ ਜੇ ਆਪਾਂ ਕਿਸੇ ਦਾ ਦਿਲ ਦੁਖਾਇਆ ਉਹ ਤੋਂ ਮਾਫੀ ਮੰਗ ਲੈਂਦੇ ਆ, ਐਡੀ ਕੋਈ ਗੱਲ ਨਹੀਂ। ਦੀਪ ਜੀ, ਇੱਕ ਜਰਨਲ ਜਿਹਾ ਪ੍ਰਸ਼ਨ ਆ, ਟਰੰਪ ਹਾਰਦਾ ਵੋਟਾਂ ਦੇ ਵਿੱਚ, ਇੱਕ ਪੋਸਟ ਬੜੀ ਵਾਇਰਲ ਹੋਈ ਆ ਵੀ ਟਰੰਪ ਹਾਰ ਗਿਆ, ਵੱਡਾ ਮੁੱਦਾ ਨਹੀਂ, ਜਿਹੜਾ ਉਹਦਾ ਕਿੱਲਾ ਪੱਟਿਆ ਗਿਆ ਨਾ ਧੌਣ 'ਚ, ਜਿਹੜਾ ਉਹਦੇ ਕਿੱਲਾ ਸੀਗਾ, ਇਹ ਵੱਡਾ ਮੁੱਦਾ ਹੈਗਾ, ਉਹਦੀ ਹਾਰ ਹੋਈ ਆ, ਉਹ ਕਿੱਲਾ ਕੱਢਤਾ ਲੋਕਾਂ ਨੇ। ਕੀ ਤੁਹਾਨੂੰ ਲੱਗਦਾ ਪੰਜਾਬੀ, ਤੁਸੀਂ ਮੂਹਰੇ ਲੱਗੇ ਹੋ, ਕਲਾਕਾਰ ਮੂਹਰੇ ਲੱਗੇ ਹੋ, ਜਿਹੜੇ ਤੁਹਾਡੇ ਧੌਣਾਂ ਦੇ ਵਿੱਚ ਕਿੱਲੇ ਨੇ, ਕਿਉਂਕਿ ਪੰਜਾਬੀਆਂ ਨੂੰ ਇਹੀ ਦਿਖਾਇਆ ਜਾਂਦਾ ਅਣਖੀਆਂ ਦੀ ਕੌਮ ਆ, ਬਹਾਦਰਾਂ ਦੀ ਕੌਮ ਆ, ਗਦਾਰਾਂ ਦੀ ਕੌਮ ਕੌਣ ਦੱਸੂਗਾ? ਜਿਹੜਾ ਉਹ ਧੌਣ 'ਚ ਜਾਂ ਕਿੱਲਾ ਹੈਗਾ ਆਪਾਂ ਕਹਦੇ, ਉਹ ਕੌਣ ਕੱਢੂਗਾ? ਨਿਮਰਤਾ ਸਾਹਿਤ ਇੱਕ ਦੂਜੇ ਨੂੰ ਬੇਨਤੀ ਕੌਣ ਕਰੂ? ਬੇਨਤੀ ਕੋਈ ਕਰ ਹੀ ਨਹੀਂ ਰਿਹਾ। ਦੇਖੋ, ਕੌਣ ਕਹਿ ਰਿਹਾ ਬੇਨਤੀ ਨਹੀਂ ਕਰ ਰਿਹਾ? ਆਪਣੇ ਧੌਣਾਂ 'ਚ ਤਾਂ ਕੋਈ ਕਿੱਲੇ ਨਹੀਂ ਆ। ਜਦੋਂ ਮੈਂ ਚੰਡੀਗੜ੍ਹ ਕਾਨਫਰੰਸ ਕਰਕੇ ਆਇਆ,
ਉਸ ਪ੍ਰੈਸ ਕਾਨਫਰੰਸ 'ਚ ਮੈਂ ਇਹੀ ਕਿਹਾ ਵੀ ਸਾਰੇ ਬੰਦਿਆਂ ਨੂੰ ਇਕੱਠੇ ਕਰਾਂਗੇ ਜੀ, ਹੈ ਨਾ। ਉਸ ਇਕੱਠੇ ਕਰਨ ਵਾਲੇ ਪ੍ਰੋਸੈਸ 'ਚ ਜਦੋਂ ਮੈਂ ਉੱਥੇ ਨਾਂ ਲਏ ਆ, ਉਹਦੇ 'ਚ ਮੈਂ ਖਹਿਰਾ ਸਾਹਿਬ ਦਾ ਨਾਂ ਵੀ ਲਿਆ, ਗਾਂਧੀ ਸਾਹਿਬ ਦਾ ਨਾਂ ਵੀ ਲਿਆ, ਲੱਖੇ ਬਾਈ ਦਾ ਵੀ ਨਾਂ ਲਿਆ, ਹੈ ਨਾ। ਇਹ ਤਾਂ ਸਾਡੇ ਆਪ ਦੇ ਬੰਦੇ ਆ ਨਾ, ਇਹਨਾਂ ਨੂੰ ਤਾਂ ਮੈਂ ਚਲੋ ਮਿਲਦਾ ਰਹਿਣਾ ਜਾਂ ਮਿਲ ਲਿਆ ਇਹਨਾਂ ਨੂੰ ਸਾਰਿਆਂ ਨੂੰ। ਤੁਹਾਨੂੰ ਅੱਛਾ ਹੋਰ ਇਦੋਂ ਬਾਅਦ ਗਾਂ ਵੀ ਮਿਲਣਾ, ਹੋਰ ਵੀ ਇੱਕ ਦੋ ਸ਼ਖਸੀਅਤਾਂ ਨੂੰ ਮਿਲੇ, ਸਾਰਿਆਂ ਨੂੰ ਮਿਲ ਰਹੇ ਆ, ਸੰਧੂ ਸਾਹਿਬ ਨੂੰ ਮਿਲ ਰਹੇ ਆ, ਉਹਨਾਂ ਨਾਲ ਗੱਲ ਹੋ ਗਈ। ਹਾਂਜੀ ਇਕੱਠੇ ਬੈਠਾਂਗੇ ਬਿਲਕੁਲ ਬਾਈ। ਉਹੀ ਤਾਂ ਮੈਂ ਕਹਿੰਦਾ, ਤੁਸੀਂ ਦੇਖੋ ਸਾਡੇ, ਤੁਸੀਂ ਜਿਹੜੀ ਉਦਾਹਰਨ ਦਿੱਤੀ ਹੈ ਨਾ ਵੀ ਟਰੰਪ ਵਾਲਾ ਕਿੱਲਾ ਸਾਡੇ ਧੌਣ 'ਚ, ਬਾਈ ਜੀ ਉਹ ਤਾਂ ਝੂਠ ਵਾਲਾ ਕਿੱਲਾ ਸੀ, ਅਸੀਂ ਝੂਠ ਤੇ ਤਾਂ ਨਹੀਂ ਖੜੇ ਨਾ। ਤੇ ਦੂਜੀ ਗੱਲ ਵੀ ਅਸੀਂ ਇਹ ਕਹੀਏ ਵੀ ਸਾਡੇ ਧੌਣਾ 'ਚ ਕਿੱਲੇ ਲਈ ਫਿਰਦੇ ਆ, ਧੌਣਾ 'ਚ ਕਿੱਲੇ ਲੈ ਕੇ ਸੰਘਰਸ਼ ਨਹੀਂ ਲੜੇ ਜਾਂਦੇ ਹੁੰਦੇ ਆਪਸ 'ਚ। ਜੇ ਆਪਸ 'ਚ ਤਾਂ ਅਸੀਂ ਜਦੋਂ ਅਸੀਂ ਤੁਹਾਨੂੰ ਕਹਿ ਰਹੇ ਆ ਵੀ ਅਸੀਂ ਅੱਜ ਵੀ ਇਕੱਠੇ ਹੀ ਆ ਤਾਂ ਇਕੱਠੇ ਆ। ਦੀਪ ਜੀ ਇਹ ਵੀ ਸੱਚਾਈ ਹੈ, ਜੇ ਕਿਸੇ ਨੂੰ ਸਟੇਜ ਤੇ ਮੌਕਾ ਨਾ ਮਿਲੇ, ਬਾਰੀ ਅੱਗੇ ਪਿੱਛੇ ਹੋ ਜੇ, ਬੰਦਾ ਤਾਂ ਇੱਥੇ ਨਾਰਾਜ਼ ਹੋ ਜਾਂਦੇ ਨੇ, ਇਹ ਗੱਲਾਂ ਵੀ ਆਉਂਦੀਆਂ ਸਾਹਮਣੇ ਬਾਈ ਜੀ। ਪਰ ਮੈਨੂੰ ਇਹ ਨਹੀਂ ਪਤਾ, ਕਿਸੇ ਹੋਰ ਸਟੇਜ ਦਾ ਨਹੀਂ ਪਤਾ, ਪਰ ਤੁਸੀਂ ਸ਼ੰਭੂ ਸਟੇਜ ਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ, ਜਿਨ੍ਹਾਂ ਨੂੰ ਕਦੇ ਵੀ ਨਹੀਂ ਤੁਸੀਂ ਕਿਸੇ ਸਟੇਜ ਤੋਂ ਬੋਲਦੇ ਸੁਣਿਆ ਹੋਊਗਾ, ਔਰ ਸਾਡੇ ਵਿਰੁੱਧ ਵੀ ਬੋਲ ਕੇ ਜਾਂਦੇ ਆ, ਖੜਿਆਂ ਦੇ ਸਾਹਮਣੇ ਵਿਰੁੱਧ ਬੋਲਦੇ ਆ, ਉਹ ਵੀ ਇੱਥੇ ਆਪਾਂ ਵੈਲਕਮ ਕੀਤੇ ਆ, ਕਿਉਂਕਿ ਇਹ ਇੱਕ ਪੰਜਾਬ ਦਾ ਮੰਚ ਬਣ ਗਿਆ, ਕਿਸੇ ਤੇ ਕੋਈ ਰੋਕ ਟੋਕ ਨਹੀਂ ਆ ਜੀ। ਤੁਸੀਂ ਇਹ ਦੇਖੋ ਵੀ ਇਸ ਮੰਚ ਤੋਂ ਜਿਨ੍ਹਾਂ ਨੂੰ ਬੋਲਣ ਦਾ ਕਦੇ ਮੈਨੂੰ ਲੱਗਦਾ ਕੋਈ ਜਾਂਚ ਵੀ ਨਹੀਂ ਹੋਣੀ ਜਾਂ ਐਕਸਪੀਰੀਅੰਸ ਨਹੀਂ ਹੋਣਾ, ਉਹ ਵੀ ਬੁਲਾਰੇ ਬੋਲ ਕੇ ਗਏ ਆ। ਸੋ ਇਸੇ ਮੰਚ ਨਾਲ ਸਾਡੇ ਕੋਲੇ ਜਿਹੜਾ ਇੱਥੋਂ ਸੰਵਾਦ ਪੈਦਾ ਹੋਇਆ ਉਹ ਬਾਕਮਾਲ ਆ ਜੀ। ਮੈਂ ਤਾਂ ਵੈਸੇ ਵੀ ਥੱਲੇ ਬਹਿ ਕੇ ਗੱਲਾਂ ਕਰਦਾ ਹੁੰਦਾ, ਮੈਨੂੰ ਉਹ ਸੱਥ ਵਾਲਾ ਸਿਸਟਮ ਜ਼ਿਆਦਾ ਪਸੰਦ ਆ ਰਾਦਰ ਦੈਨ ਵੀ ਖੜੇ ਹੋ ਕੇ ਮਾਈਕ ਤੋਂ ਬੋਲ ਗਏ, ਕਿਉਂਕਿ ਸੱਥ ਵਾਲੇ ਸਿਸਟਮ 'ਚ ਇੱਕ ਆਦਾਨ ਪ੍ਰਦਾਨ ਚੱਲਦਾ ਰਹਿੰਦਾ। ਸੋ ਇਸ ਕਰਕੇ ਇਹ ਜੇ ਕਿਤੇ ਪ੍ਰੈਕਟਿਸ ਚੱਲਦੀ ਆ ਉਹਦਾ ਮੈਨੂੰ ਨਹੀਂ ਪਤਾ, ਪਰ ਇਸ ਮੰਚ ਤੇ ਨਹੀਂ ਇਹ ਪ੍ਰੈਕਟਿਸ ਹੁੰਦੀ ਜੀ। ਜਾਂਦੇ ਜਾਂਦੇ ਮੈਂ ਚਾਹੂੰਗਾ ਵੀ ਜਿਹੜਾ ਕਾੜਨੀ 'ਚ ਦੁੱਧ ਪਾਇਆ ਹੋਇਆ ਹਮੇਸ਼ਾ ਕੜੀ ਹੀ ਜਾਊਗਾ, ਕੁਝ ਨਿਕਲੂਗਾ ਵੀ, ਠੋਸ ਨਿਕਲੂਗਾ ਵੀ, ਕਿ ਲੋਕ ਇਦਾਂ ਹੀ ਆ, ਕਿਉਂਕਿ ਐਜੀਟੇਸ਼ਨ ਆ ਕਿਸਾਨ ਯੂਨੀਅਨ ਵਾਲਿਆਂ ਨਾਲ ਗੱਲ ਕਰਦੇ ਆ, ਉਹ ਵੀ ਇਹ ਮੰਨਦੇ ਵੀ ਐਜੀਟੇਸ਼ਨ ਇਹ ਲੰਬੀ ਜਾਊ। ਬਾਈ ਜੀ ਆਏ ਆ, ਪਹਿਲੀ ਗੱਲ ਤਾਂ ਇਹ ਤੁਸੀਂ ਮਿਥ ਲਓ ਵੀ ਲੜਾਈ ਸਾਡੇ ਘਰਾਂ 'ਚ ਵੜ ਗਈ ਆ। ਹੁਣ ਪਾਸਾ ਇੱਕ ਪਾਸੇ ਹੀ ਖੜਨਾ ਪਊਗਾ, ਵਿੱਚ ਵਿਚਾਲਾ ਕੁਛ ਨਹੀਂ, ਜਾਂ ਤਾਂ ਝੂਠ ਵਾਲੇ ਪਾਸੇ ਜਾਂ ਸੱਚ ਵਾਲੇ ਪਾਸੇ, ਹੈ ਨਾ। ਜ਼ੁਲਮੀ ਆ ਜਿਹੜਾ ਉਹ ਝੂਠ ਵਾਲੇ ਪਾਸੇ ਖੜਾ ਤੇ ਆਪਦਾ ਕੰਮ ਕਰੀ ਜਾਂਦਾ, ਧਰਮੀ ਤੇ ਸੱਚੇ ਬੰਦੇ ਵੀ ਆਪਦਾ ਕੰਮ ਕਰਨ। ਜ਼ੁਲਮੀ ਨੂੰ ਤਾਂ ਪਰਵਾਹ ਨਹੀਂ, ਜਿੰਨਾ ਮਰਜ਼ੀ ਲੰਬੀ ਖਿੱਚੀ ਜਾਵੇ, ਤੇ ਫਿਰ ਸਾਨੂੰ ਕਾਹਦੀ ਪਰਵਾਹ ਜੇ ਅਸੀਂ ਲੰਬੀ ਲੜਾਈ ਲੜਨੀ ਪੈ ਜੇ ਤਾਂ। ਗੱਲ ਸਮਝਣ ਦੀ ਤਾਂ ਕੋਸ਼ਿਸ਼ ਕਰੀਏ ਨਾ, ਇਹ ਤਾਂ ਵਰਤਾਰਾ ਹੀ ਆ ਨਾ ਕੁਦਰਤ ਦਾ। ਇੱਕ ਪਾਸੇ ਜ਼ੁਲਮ ਹੋਊਗਾ ਹੀ ਹੋਊਗਾ ਤੇ ਦੂਜੇ ਪਾਸੇ ਧਰਮ ਵੀ ਹੋਊਗਾ ਹੀ ਹੋਊਗਾ, ਹੈ ਨਾ। ਸੋ ਜ਼ੁਲਮੀ ਨੇ ਆਪਦਾ ਕੰਮ ਕਰਨਾ ਹੁੰਦਾ, ਸੱਚੇ ਬੰਦੇ ਨੇ, ਧਰਮੀ ਨੇ ਆਪਦਾ ਕੰਮ ਕਰਨਾ ਹੁੰਦਾ। ਸੋ ਆਪਦਾ ਕੰਮ ਕਰੀ ਜਾਈਏ ਆਪਾਂ। ਕਾੜਨੀ ਦਾ ਜਿਹੜਾ ਦੁੱਧ ਆ ਉਹਦੇ 'ਚੋਂ ਨਿਕਲੂਗਾ ਕੁਛ, ਨਹੀਂ ਨਿਕਲੂਗਾ ਉਹ ਤਾਂ ਗੱਲਾਂ ਬਾਅਦ ਦੀਆਂ, ਪਰ ਪਹਿਲਾਂ ਆਪਦਾ ਕੰਮ ਤਾਂ ਕਰੀਏ ਨਾ ਆਪਾਂ। ਕੰਮ ਉਵੇਂ ਹੀ ਕਰੀਏ ਜਿਵੇਂ ਜ਼ੁਲਮੀ ਆਪਦਾ ਜ਼ੁਲਮ ਕਰੀ ਜਾਂਦਾ। ਸਾਡੀ ਵੀ ਡਿਊਟੀ ਲਾਈ ਆ ਨਾ ਪ੍ਰਮਾਤਮਾ ਨੇ, ਸੱਚ ਵਾਲੇ ਪਾਸੇ ਖੜ ਕੇ ਆਪਦਾ ਕੰਮ ਕਰਨ ਦੀ, ਤੇ ਜੇ ਨਿਸ਼ਚੈ ਰੱਖੋਗੇ ਤਾਂ ਫਿਰ ਜਿੱਤ ਵੀ ਮਿਲੂਗੀ ਜੀ। ਉਵੇਂ ਹੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ, ਦੇ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਣ ਤੇ ਕਬਹੂ ਨਾ ਡਰੂ, ਨਾ ਡਰੂ ਅਰਸੋਂ ਜਬ ਜਾਏ ਲਰੂ, ਨਿਸ਼ਚੈ ਕਰ ਆਪਣੀ ਜੀਤ ਕਰੋ। ਨਿਸ਼ਚੈ ਕਰਨਾ ਪਊਗਾ, ਤੁਹਾਨੂੰ ਵਿਸ਼ਵਾਸ ਰੱਖਣਾ ਪਊਗਾ ਗੁਰੂ 'ਚ। ਜਾਂਦੇ ਜਾਂਦੇ ਇੱਕ ਹੋਰ ਗੱਲ, ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੋ? ਵੋਟਾਂ ਵਾਲੀ ਰਾਜਨੀਤੀ ਦੇ ਵਿੱਚ, ਉਸ ਦੇ ਵਿੱਚ ਵਿਸ਼ਵਾਸ ਹੈ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਵੀ ਇੱਕ ਲੰਬੀ ਡਿਸਕਸ਼ਨ ਆ, ਪਰ ਮੈਂ ਤੁਹਾਨੂੰ ਸੰਖੇਪ 'ਚ ਦੱਸ ਦਿੰਦਾ ਜੀ। ਲੋਕਤੰਤਰ ਜੇ ਟੋਟਲ ਡੈਮੋਕ੍ਰੇਸੀ ਔਰ ਟੋਟਲ ਡੈਮੋਕਰਟਾਈਜੇਸ਼ਨ ਵੇ ਦੇ ਨਾਲ ਚੱਲੇ, ਜਿੱਥੇ ਸੈਂਟਰਲਾਈਜ਼ ਪਾਵਰ ਨੂੰ ਨਾ ਕੀਤਾ ਜਾਵੇ। ਤੁਸੀਂ ਦੇਖੋ ਸਾਡੀ ਡੈਮੋਕ੍ਰੇਸੀ ਆ ਨਾ, ਔਰ ਡੈਮੋਕ੍ਰੇਸੀ 'ਚ ਕਿੰਨਾ ਘਾਣ ਹੋ ਗਿਆ ਵੀ ਅੱਜ ਅਸੀਂ ਵਿਰੋਧ 'ਚ ਖੜੇ ਆ ਸਰਕਾਰ ਦੇ, ਔਰ ਲੋਕ ਖੜੇ ਆ, ਪਰ ਉਹਦੀ ਅਹਿਮੀਅਤ ਹੀ ਨਹੀਂ ਆ ਤੁਹਾਡੀ ਆਵਾਜ਼। ਫਿਰ ਇਹ ਡੈਮੋਕ੍ਰੇਸੀ ਆ, ਉਹਦੀ ਅਹਿਮੀਅਤ ਹੈ ਨਹੀਂ। ਇਹ ਤਾਂ ਮੈਜੋਰਿਟੇਰੀਅਨ ਸਿਸਟਮ ਆ, ਅਗਲਿਆਂ ਦੇ 303 MP ਆ, ਸਾਡੇ ਵਾਲੇ ਉੱਥੇ ਜਾ ਕੇ ਜੇ 13 ਇਕੱਠੇ ਵੀ ਬੋਲਣ ਉਹਦੀ ਕੋਈ ਅਹਿਮੀਅਤ ਹੀ ਨਹੀਂ ਆ। ਸੋ ਡੈਮੋਕ੍ਰੇਸੀ 'ਚ ਮੇਰਾ ਵਿਸ਼ਵਾਸ ਉਦੋਂ ਹੀ ਆ ਜਦੋਂ ਉਹ ਡੈਮੋਕ੍ਰੇਸੀ ਮਲਟੀਕਲਚਰਲਿਜ਼ਮ ਨੂੰ ਵੀ ਪ੍ਰੋਟੈਕਟ ਕਰੇ, ਫੈਡਰਲ ਸਟਰਕਚਰ ਵੀ ਦੇਵੇ, ਹੈ ਨਾ, ਪਾਵਰ ਨੂੰ ਸੈਂਟਰਲਾਈਜ਼ ਨਾ ਕਰੇ, ਸੈਕੂਲਰ ਸਟਰਕਚਰ ਵੀ ਦੇਵੇ ਜਿੱਥੇ ਹਰ ਧਰਮ ਨੂੰ ਮਾਣ ਸਨਮਾਨ ਤੇ ਮਾਨਤਾ ਦਿੱਤੀ ਜਾਵੇ। ਸੋ ਉਸ ਵੇਲੇ
ਜਦੋਂ ਉਸ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਤੁਸੀਂ ਲਾਗੂ ਕਰੋਗੇ ਤਾਂ ਮੇਰਾ ਵਿਸ਼ਵਾਸ ਹੀ ਵਿਸ਼ਵਾਸ ਹੈ ਜੀ। ਜੇ ਡੈਮੋਕ੍ਰੇਸੀ ਦੇ ਨਾਂ 'ਤੇ ਉਹਦੇ ਪਰਦੇ ਹੇਠ, ਸੈਕੂਲਰਿਜ਼ਮ ਦੇ ਪਰਦੇ ਹੇਠ, ਫੈਡਰਲਿਜ਼ਮ ਦੇ ਪਰਦੇ ਹੇਠ ਤੁਸੀਂ ਕਰਨਾ ਫਰਸ਼ੀਵਾਦ ਹੀ ਆ, ਤੁਸੀਂ ਕਰਨੀ ਡਿਕਟੇਟਰਸ਼ਿਪ ਹੀ ਆ, ਫਿਰ ਉਹ ਕੋਈ ਡੈਮੋਕ੍ਰੇਸੀ ਨਹੀਂ ਆ ਜੀ। ਜੇ ਆਪਾਂ ਗੱਲ ਕਰਦੇ ਹਾਂ ਫੈਨ ਫੋਲੋਇੰਗ ਦੀ, ਫੈਨ ਜਿਹੜੇ ਹੁੰਦੇ ਨੇ ਲਾਈਕ ਵੱਧ ਜਾਂਦੇ ਨੇ, ਤੁਹਾਡੇ ਫੋਲੋਇੰਗ ਵੱਧ ਜਾਂਦੀ ਆ ਕਿਸੇ ਦੀ ਵੀ, ਤੁਹਾਡੀ ਪਰਟੀਕੂਲਰ ਨਹੀਂ ਗੱਲ ਕਰ ਰਿਹਾ, ਪਰ ਜੇ ਉਹੀ ਵੋਟਾਂ ਦੇ ਵਿੱਚ ਇਨਸਾਨ ਖੜਾ ਹੁੰਦਾ, ਵੋਟਾਂ ਦੇ ਵਿੱਚ ਕਨਵਰਟ ਨਹੀਂ ਹੁੰਦੀ, ਇਸ ਗੱਲ ਦੇ ਨਾਲ ਭਲੀ ਭਾਂਤ ਜਾਣੂ ਹੋ? ਬਿਲਕੁਲ ਬਿਲਕੁਲ ਜਾਣੂ ਆ ਜੀ। ਇਸੇ ਕਰਕੇ ਤਾਂ ਮੈਂ ਤੁਹਾਨੂੰ ਕਿਹਾ ਵੀ ਦੇਖੋ, ਫੈਨ ਫੋਲੋਇੰਗ ਤੇ ਵੋਟਾਂ, ਇਹ ਪਤਾ ਨਹੀਂ ਤੁਸੀਂ ਸਵਾਲ ਕਿਉਂ ਪੁੱਛਿਆ, ਪਰ ਮੈਂ ਕਈ ਵਾਰੀ ਉਹ ਸਮਝ ਕੇ ਜਵਾਬ ਦੇ ਦਿੰਦਾ ਜਿਵੇਂ ਮੈਨੂੰ ਸਮਝ ਆਈ ਹੈ। ਗੱਲ ਆਏ ਆ, ਜੇ ਤੁਸੀਂ ਇਹ ਗੱਲ ਪੁੱਛੀ ਆ ਵੀ ਦੀਪ ਸਿੱਧੂ ਤੇਰੇ ਫੈਨ ਹੋ ਸਕਦੇ ਆ, ਪਰ ਜੇ ਤੂੰ ਵੋਟਾਂ ਵਾਲੇ ਪਾਸੇ ਗਿਆ ਮਿੱਤਰਾ, ਉਹ ਗੱਲ ਕੁਝ ਹੋਰ ਹੀ ਆ। ਚਲੋ ਆਪਾਂ ਇਹਦਾ ਜਵਾਬ ਦੇ ਦਿੰਦੇ ਆ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਜੀ ਵੀ ਦੀਪ ਸਿੱਧੂ ਦੇ ਫੈਨ ਹੋ ਸਕਦੇ ਆ, ਨਹੀਂ ਹੋ ਸਕਦੇ, ਇਜ਼ ਨਾਟ ਇੰਪੋਰਟੈਂਟ। ਕਿਉਂ? ਕਿਉਂਕਿ ਦੀਪ ਸਿੱਧੂ ਚੋਣਾਂ ਨਹੀਂ ਲੜ ਰਿਹਾ। ਹੁਣ ਇੰਪੋਰਟੈਂਟ ਕੀ ਆ? ਇੰਪੋਰਟੈਂਟ ਇਹ ਆ ਵੀ ਜਿਹੜੇ ਬੰਦੇ ਨੂੰ ਵੀ ਆਪਾਂ ਚੋਣਾਂ ਲੜਾਵਾਂਗੇ ਜਾਂ ਪੰਜਾਬ ਚੋਣਾਂ ਲੜਾਊਗਾ, ਉਹਦਾ ਗਰਾਊਂਡ ਲੈਵਲ ਤੇ ਕਿੰਨਾ ਕੁ ਸਾਥ ਲੋਕ ਦੇਣਗੇ। ਪੰਜਾਬ ਦੀ ਗੱਲ ਕਰਦਾ ਮੈਂ, ਪੰਜਾਬ ਦੀ ਆਪਦੀ ਸਿਆਸਤ ਜਦੋਂ ਆਪਾਂ ਖੜੀ ਕਰਾਂਗੇ ਹੈ ਨਾ, ਉਹਦੇ 'ਚ ਜੋ ਸ਼ਮੂਲੀਅਤ ਪਾਵਾਂਗੇ। ਉਹ ਇੱਕ ਮਿੰਟ ਮੈਨੂੰ ਪੂਰੀ ਕਰ ਦੇਣ ਦਿਓ। ਉਹ ਗੱਲ ਮੈਂ ਤੁਹਾਨੂੰ ਜਿਵੇਂ ਕਿਹਾ, ਜਥੇਬੰਦਕ ਤੌਰ ਤੋਂ ਬਿਨਾਂ, ਆਰਗੇਨਾਈਜੇਸ਼ਨ ਤੋਂ ਬਿਨਾਂ, ਆਰਗੇਨਾਈਜ਼ਡ ਹੋਏ ਬਿਨਾਂ ਨਹੀਂ ਹੋ ਸਕਦੀ। ਉਹ ਸੋਸ਼ਲ ਮੀਡੀਆ ਤੇ ਨਹੀਂ ਹੋਊਗੀ। ਸੋ ਇਸ ਕਰਕੇ ਮੈਂ ਜਥੇਬੰਦੀ ਦੀ ਜਦੋਂ ਤੁਹਾਨੂੰ ਗੱਲ ਪਹਿਲਾਂ ਦੱਸੀ ਸੀ, ਜਥੇਬੰਦੀ ਹੀ ਇੰਪੋਰਟੈਂਟ ਹੁੰਦੀ ਆ, ਆਰਗੇਨਾਈਜੇਸ਼ਨ ਇੰਪੋਰਟੈਂਟ ਹੁੰਦੀ ਆ ਵੋਟ ਪੋਲਿਟਿਕਸ 'ਚ। ਦੀਪ ਜੀ, ਕੀ ਇਹ ਜ਼ਰੂਰੀ ਆ ਵੀ ਸਾਰੇ 117 ਦੇ 17 ਜਾਂ ਪਰਟੀਕੂਲਰ ਜ਼ਿਆਦਾ ਆਪਾਂ ਬੰਦੇ ਖੜੇ ਕਰਨੇ, ਕਿਉਂ ਨਾ ਮਲਾਈ ਖੜੀ ਕੀਤੀ ਜਾਵੇ? ਕਿਉਂਕਿ ਕਿਤੇ ਉਹ ਚੀਜ਼ ਨਾ ਹੋ ਜੇ, ਤੁਸੀਂ ਪਾਰਟੀ ਦਾ ਐਲਾਨ ਕਰੋ, ਬੰਦੇ ਖੜੇ ਹੋਣ, ਤੇ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਆਈਆਂ, ਉਹ ਬੰਦੇ ਵੋਟਾਂ ਤੋੜਨ। ਬਿਹਾਰ ਦੇ ਵਿੱਚ ਵੀ ਇਹ ਚੀਜ਼ ਹੋਈ ਆ, ਤੇ ਉਹਦਾ ਫਾਇਦਾ ਕੋਈ ਹੋਰ ਲੈ ਜੇ, ਮਿਲਣਾ ਕਿਸੇ ਨੂੰ, ਉਦੋਂ ਖਤਰਨਾਕ ਚੀਜ਼ ਨਾ ਹੋ ਜੇ। ਨਹੀਂ ਬਾਈ ਜੀ, ਪਹਿਲਾਂ ਤਾਂ ਆਪਾਂ ਇਸ ਗੱਲ ਨੂੰ ਸਮਝੀਏ। ਇਹ ਗੱਲ ਪਤਾ ਕਿਵੇਂ ਆ, ਤੁਹਾਡੀ ਹਮੇਸ਼ਾ ਜਿੱਤ ਹੀ ਜਿੱਤ ਨਹੀਂ ਹੁੰਦੀ, ਔਰ ਬੰਦੇ ਘੱਟ ਖੜੇ ਕਰਨੇ ਆ, ਵੱਧ ਖੜੇ ਕਰਨੇ ਆ, ਇਹ ਤੁਹਾਡੀ ਇੱਕ ਆਪਦੀ ਕੈਲਕੂਲੇਸ਼ਨ ਤੇ ਵੀ ਡਿਪੈਂਡ ਕਰਦਾ। ਤੁਸੀਂ ਕਿੰਨਾ ਕੁ ਇਫੈਕਟ ਰੱਖਦੇ ਹੋ ਇੱਕ ਜੀਓ ਪੋਲਿਟਿਕਸ 'ਚ, ਪੰਜਾਬ ਦੀ ਜੀਓ ਪੋਲਿਟਿਕਸ 'ਚ ਤੁਹਾਡਾ ਇਫੈਕਟਿਵਨੈਸ ਤੇ ਤੁਹਾਡਾ ਇੰਪੈਕਟ ਕਿੰਨਾ ਕੁ, ਇਹ ਉਸ ਗੱਲ ਤੇ ਡਿਪੈਂਡ ਕਰਦਾ ਹੈ ਨਾ। ਵੀ ਮਲਾਈ ਖੜੀ ਕਰੀਏ ਕਿ ਬੰਦੇ ਵੱਧ ਖੜੇ ਕਰੀਏ, ਤੁਹਾਡੇ ਰਿਸੋਰਸਿਸ ਤੇ ਵੀ ਡਿਪੈਂਡ ਕਰਦਾ ਹੈ ਨਾ। ਫਿਰ ਤੁਹਾਡੇ ਕੋਲੇ ਆਰਗੇਨਾਈਜੇਸ਼ਨਲ ਪਾਵਰ ਕਿੰਨੀ ਕੁ, ਤੇ ਉਹਨੂੰ ਕਿੰਨਾ ਕੁ ਤੁਸੀਂ ਆਰਗੇਨਾਈਜ਼ ਕਰ ਰੱਖਿਆ, ਉਸ ਗੱਲ ਤੇ ਵੀ ਡਿਪੈਂਡ ਕਰਦਾ। ਸੋ ਇਹ ਕੋਈ ਗੱਲਾਂ ਇਹ ਨਹੀਂ ਡਿਸਾਈਡ ਕਰ ਸਕਦੇ ਵੀ ਮਲਾਈ ਖੜੀ ਕਰ ਲਓ ਬਾਕੀ ਨਾ ਕਰੋ, ਜਾਂ ਬਾਕੀ ਕਰ ਲਓ ਮਲਾਈ ਤੇ ਜ਼ੋਰ ਨਾ ਲਾਓ। ਇਹ ਤਾਂ ਗੱਲ ਬਹੁਤ ਫੈਕਟਰਸ ਤੇ ਡਿਪੈਂਡ ਕਰਦੀ ਹੈ। ਅਗਲੀ ਗੱਲ, ਹੁਣ ਪੋਲਿਟਿਕਸ ਨੂੰ ਸਮਝੀਏ ਆਪਾਂ। ਪੋਲਿਟਿਕਸ 'ਚ ਜਿੱਤ ਹੀ ਸਭ ਕੁਝ ਨਹੀਂ ਹੁੰਦੀ। ਤੁਹਾਨੂੰ ਉਹ ਪੂਰੇ ਬੋਰਡ 'ਚ, ਮੰਨ ਲਓ ਇੱਕ ਬੋਰਡ ਆ ਪੋਲਿਟਿਕਸ ਦਾ, ਇਸ ਬੋਰਡ 'ਚ, ਸਾਰੇ ਬੋਰਡ 'ਚ ਤੁਹਾਡੀ ਇੰਪੈਕਟ ਕਿੰਨਾ ਕੁ ਤੁਹਾਡਾ, ਤੇ ਇਫੈਕਟਿਵਨੈਸ ਕਿੰਨੀ ਕੁ, ਤੁਸੀਂ ਕਿੰਨਾ ਕੁ ਇੰਪੈਕਟ ਰੱਖਦੇ ਹੋ ਉਹ ਖਿੱਤੇ ਦੀ ਸਾਰੀ ਪੋਲਿਟਿਕਸ ਨੂੰ ਡਿਸਾਈਡ ਕਰਨ 'ਚ, ਹੈ ਨਾ। ਉਹ ਇੰਪੈਕਟ ਤੁਹਾਡੀ ਇੰਪੋਰਟੈਂਸ ਡਿਸਾਈਡ ਕਰਦਾ ਹੁੰਦਾ। ਇਸ ਕਰਕੇ ਤੁਸੀਂ ਜਿੱਤੋ ਨਾ ਜਿੱਤੋ, ਤੁਹਾਡਾ ਜੀਓ ਪੋਲਿਟਿਕਸ 'ਚ ਇੰਪੈਕਟ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਤੁਹਾਡੇ ਜੇ ਇਫੈਕਟਿਵਨੈਸ ਹੋਊਗੀ, ਇੰਪੈਕਟ ਹੋਊਗਾ, ਇਹਦਾ ਮਤਲਬ ਤੁਹਾਡੇ ਤੋਂ ਬਿਨਾਂ ਉਹ ਖਿੱਤੇ ਦੀ ਜਿਹੜੀ ਰਾਜਨੀਤੀ ਆ ਉਹ ਡਿਸਾਈਡ ਨਹੀਂ ਹੋ ਸਕਦੀ। ਸੋ ਹੁਣ ਗੇਮ ਕੀ ਆ, ਸਰਕਾਰਾਂ ਕੀ ਕਰਦੀਆਂ? ਸਰਕਾਰਾਂ ਤੁਹਾਡਾ ਇੰਪੈਕਟ ਤੇ ਇਫੈਕਟਿਵਨੈਸ ਖਤਮ ਕਰਦੀਆਂ ਇਸ ਪੂਰੇ ਖਿੱਤੇ ਦੀ ਪੋਲਿਟਿਕਸ ਨੂੰ ਘੜਨ ਖਾਤਰ। ਇਸ ਕਰਕੇ ਤੁਹਾਨੂੰ ਕਰਦੀਆਂ ਕੀ ਆ, ਆਈਸੋਲੇਟ ਕਰ ਦਿੰਦੀਆਂ। ਅੱਜ ਜਿਵੇਂ ਆਪਣੇ ਤੇ ਇਲਜ਼ਾਮ ਲੱਗ ਰਹੇ ਆ ਵੀ ਸ਼ੰਭੂ ਵਾਲਾ ਮੋਰਚਾ ਕਿਸੇ ਹੋਰ ਪਾਸੇ ਤੁਰ ਪਿਆ, ਉਹ ਗੱਲ ਇਲਜ਼ਾਮ ਕਿਉਂ ਲਾਏ ਆ? ਕਿਉਂਕਿ ਆਪਾਂ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਅੱਜ ਆਪਾਂ ਆਪਦੀ ਇਫੈਕਟਿਵਨੈਸ ਵੀ ਰੱਖਦੇ ਆ, ਇੰਪੈਕਟ ਵੀ ਰੱਖਦੇ ਆ, ਪਰ ਜਦੋਂ ਆਈਸੋਲੇਸ਼ਨ ਵੱਲ ਧੱਕਣਾ ਉਹਨਾਂ ਨੇ ਇਹ ਕਹਿ ਕੇ ਹੀ ਆਈਸੋਲੇਸ਼ਨ ਵੱਲ ਧੱਕਣਾ, ਤੁਹਾਡੇ ਮਨਾਂ 'ਚ ਸ਼ੰਕੇ ਪੈਦਾ ਕਰ ਦੇਣੇ ਆ ਵੀ ਇਹ ਤਾਂ ਯਾਰ ਹੋਰ ਪਾਸੇ ਲਈ ਜਾਂਦੇ ਆ, ਜਦ ਕਿ ਆਪਾਂ ਲਈ ਕਿਸੇ ਪਾਸੇ ਨਹੀਂ ਜਾਂਦੇ। ਮੈਂ ਜਿਵੇਂ ਤੁਹਾਨੂੰ ਕਿਹਾ, ਅੱਜ 35-36 ਦਿਨ ਹੋ ਗਏ, ਇੱਕ ਵੀ ਮਾੜੀ ਮੋਟੀ ਡਿਸਟਰਬੈਂਸ ਦਿਖਾ ਦਿਓ ਤੁਸੀਂ, ਬਹੁਤ ਲੰਬਾ ਸਮਾਂ ਹੁੰਦਾ। ਸੋ ਆਪਾਂ ਤਾਂ ਉਲਟਾ ਡਿਸਟਰਬੈਂਸ ਕ੍ਰੀਏਟ ਹੋਈ ਸੋਲਵ ਕਰਾਉਣੇ ਆ, ਹੈ ਨਾ। ਸੋ ਇੰਨੀ ਕੁ ਗੱਲ ਹੀ ਆ। ਦੀਪ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਸ਼ੁਕਰੀਆ ਭਾਈ ਜੀ। ਸੋ ਦੋਸਤੋ, ਇਹ ਸੀ ਐਕਟਰ ਦੀਪ ਸਿੱਧੂ। ਅਸੀਂ ਇਹਨਾਂ ਦੀ ਨਬਜ਼ ਫੜਨ ਦੀ ਕੋਸ਼ਿਸ਼ ਕੀਤੀ
ਦੀਪ ਸਿੱਧੂ ਤੋਂ ਕੀ ਮਾਇਨੇ ਕੱਢ ਰਹੇ ਨੇ ਲੋਕ ਦੀਪ ਸਿੱਧੂ ਦੀ ਰਾਜਨੀਤੀ ਤੋਂ, ਜਾਂ ਦੀਪ ਸਿੱਧੂ ਕੀ ਵਾਕਿਆ ਦੇ ਵਿੱਚ ਰਾਜਨੀਤੀ ਕਰ ਰਹੇ ਨੇ, ਦੀਪ ਸਿੱਧੂ ਪਾਰਟੀ ਲੈ ਕੇ ਆ ਰਹੇ ਨੇ, ਕੁਝ ਇਦਾਂ ਦੀਆਂ ਗੱਲਾਂ ਸੀ। ਅੱਗੇ ਵੀ ਅਸੀਂ ਸ਼ੰਭੂ ਮੋਰਚੇ ਦੇ ਨਾਲ ਬਣੇ ਰਹਾਂਗੇ, ਇਸ ਮੁੱਦੇ ਦੇ ਨਾਲ ਬਣੇ ਰਹਾਂਗੇ ਜੋ ਦੀਪ ਸਿੱਧੂ ਹਾਈਲਾਈਟ ਕਰਦੇ ਆਏ ਨੇ ਬੜੇ ਲੰਮੇ ਸਮੇਂ ਤੋਂ, ਜਾਂ ਆਪਾਂ ਪਿਛਲੇ 2-3 ਮਹੀਨਿਆਂ ਦੀ ਜੇ ਆਪਾਂ ਗੱਲ ਕਰ ਲਈਏ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ, ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।